ਸਿੱਖਿਆ ਦੇ ਬਾਰੇ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਰਿਪੋਰਟ ਸਾਹਮਣੇ ਆਈ ਹੈ, ਜਿਹਦੇ ਵਿੱਚ ਤੀਜੀ, ਪੰਜਵੀਂ, 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਉੱਤੇ ਸਰਵੇਖਣ ਕੀਤਾ ਗਿਆ। ਔਰ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਸਿੱਖਿਆ ਦਾ ਪੱਧਰ ਹੈ ਇਹਦੇ ਵਿੱਚ ਕਾਫੀ ਉੱਚਾ। ਇਹ ਵੈਸੇ ਉਹਨਾਂ ਲੋਕਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਛਾਂਟਾ ਹੀ ਵੱਜਿਆ ਉਹਨਾਂ ਦੇ, ਜਿਹੜੇ ਦਿੱਲੀ ਮਾਡਲ ਦੀ ਰੱਟ ਲਈ ਜਾਂਦੇ ਤੋਤੇ ਵਾਂਗੂ। ਦਿੱਲੀ ਮਾਡਲ ਸਿਰਫ ਇੱਕ ਇਸ਼ਤਿਹਾਰਬਾਜ਼ੀ ਦਾ ਮਤਲਬ ਕਹਿ ਲਓ ਸਿੱਕਾ ਹੈ ਜੀ, ਜਿਹੜਾ ਉਹ ਪ੍ਰਚਾਰਿਆ ਗਿਆ ਵੀ ਦਿੱਲੀ 'ਚ ਪਤਾ ਨਹੀਂ ਕੀ ਇਨਕਲਾਬ ਆ ਗਿਆ। ਦਿੱਲੀ ਦੇ ਹਸਪਤਾਲ ਜਿਹੜੇ ਨੇ ਕਿ ਜੀ ਬਹੁਤ ਵਧੀਆ, ਵਰਲਡ ਕਲਾਸ ਹੈ ਸਾਰਾ ਕੁਝ ਉੱਥੇ, ਵਰਲਡ ਕਲਾਸ ਹੀ ਉੱਥੇ ਸਕੂਲ ਨੇ, ਵਰਲਡ ਕਲਾਸ ਹੀ ਉੱਥੇ ਡਿਸਪੈਂਸਰੀਆਂ ਨੇ, ਵਰਲਡ ਕਲਾਸ ਮੁਹੱਲਾ ਕਲੀਨਿਕ ਨੇ। ਹੌਲੀ ਹੌਲੀ ਮਤਲਬ ਇਸ ਗੱਲ ਦਾ ਹੁਣ ਅਹਿਸਾਸ ਹੋਵੇਗਾ ਲੋਕਾਂ ਨੂੰ ਕਿ ਅਸੀਂ ਕਿਹੜੇ ਚੱਕਰ 'ਚ ਫਸ ਗਏ ਹਾਂ। ਸਤਿ ਸ਼੍ਰੀ ਅਕਾਲ, HSN TV ਵੇਖ ਰਹੇ ਸਾਰੇ ਦਰਸ਼ਕਾਂ ਦਾ ਚੰਗੇਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਵੱਖੋ-ਵੱਖ ਸਿਆਸਤ ਨਾਲ ਜੁੜੇ, ਧਰਮ ਨਾਲ ਜੁੜੇ, ਸਾਡੇ ਸਮਾਜ ਨਾਲ ਜੁੜੇ ਉਹਨਾਂ ਮੁੱਦਿਆਂ ਦੇ ਉੱਤੇ ਝਾਤ ਪਾਵਾਂਗੇ ਜਿਹੜੇ ਮੁੱਦੇ ਸਾਨੂੰ ਸਿੱਧੇ ਤੇ ਅਸਿੱਧੇ ਤੌਰ ਤੇ ਸਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਨੇ, ਸਾਡੇ ਨਾਲ ਸੰਬੰਧ ਰੱਖਦੇ ਨੇ। ਸੋ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ। ਸਾਡੇ ਮਾਹਿਰ ਮਹਿਮਾਨ ਸਾਡੇ ਸਟੂਡੀਓ 'ਚ ਪਹੁੰਚ ਚੁੱਕੇ ਨੇ। ਮਿਸਟਰ ਬਲਜੀਤ ਸਿੰਘ ਸਰ, ਬਹੁਤ-ਬਹੁਤ ਸਵਾਗਤ ਹੈ। ਸ਼ੁਕਰੀਆ ਸ਼ੀਤਲ ਜੀ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਸਰ, ਸਭ ਤੋਂ ਪਹਿਲਾਂ ਅੱਜ ਗੱਲ ਕਰਾਂਗੇ ਲੁਧਿਆਣਾ ਜ਼ਿਲ੍ਹੇ ਤੋਂ ਆਈ 2 ਦਿਨ ਪਹਿਲਾਂ ਦੀ ਇੱਕ ਖਬਰ ਨੂੰ। ਇਸ ਖਬਰ ਦੇ ਵਿੱਚ ਸਾਬਕਾ 에ਅਰਫੋਰਸ ਪਤੀ ਪਤਨੀ ਸਨ। ਵਿਅਕਤੀ ਦੀ ਉਮਰ 65 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਔਰ ਪਤਨੀ ਦੀ ਉਮਰ 62 ਸਾਲ ਦੇ ਕਰੀਬ ਦੱਸੀ ਜਾਂਦੀ ਹੈ। ਦੋਨੋਂ ਹੀ ਆਪਣੇ ਘਰ ਦੇ ਅੰਦਰ ਮ੍ਰਿਤਕ ਪਾਏ ਗਏ ਔਰ ਉਹਨਾਂ ਦੇ ਕਮਰਿਆਂ ਦੀ ਜਦੋਂ ਤਲਾਸ਼ੀ ਲਈ ਗਈ ਤੇ ਕਾਫੀ ਚੀਜ਼ਾਂ ਜਿਹੜੀਆਂ ਨੇ ਖਿਲਰੀਆਂ ਹੋਈਆਂ ਸਨ। ਤੱਕ DVD ਪਲੇਅਰ ਵੀ ਉਹਨਾਂ ਦੇ ਅੰਦਰੋਂ ਚੁੱਕਿਆ ਜਾ ਚੁੱਕਿਆ ਸੀਗਾ। ਪਤਾ 2-3 ਦਿਨ ਤੱਕ ਤਾਂ ਕੁਝ ਨਹੀਂ ਲੱਗਿਆ, ਪਰ CCTV ਕੈਮਰੇ ਦੀ ਫੁਟੇਜ ਤੋਂ ਜਦੋਂ ਵੀ ਪੁਲਿਸ ਨੇ ਜਾਂਚ ਪੜਤਾਲ ਕੀਤੀ ਤੇ ਉਹਦੇ ਵਿੱਚ ਇਹਨਾਂ ਦੇ ਕਤਲ ਦੇ ਮਾਮਲੇ ਦੇ ਵਿੱਚ ਇਹਨਾਂ ਦਾ ਪੁੱਤਰ ਜਿਹੜਾ ਹੈ ਉਹ ਸ਼ਾਮਲ ਹੈ। ਇਹ ਖਬਰ ਸਾਹਮਣੇ ਆਈ ਹੈ। ਇਹ ਖਬਰ ਸੁਣਦੇ ਸਾਰ ਰੌਂਟੇ ਖੜੇ ਹੋ ਜਾਂਦੇ ਨੇ ਕਿ ਆਖਰਕਾਰ ਇੱਕ ਪੁੱਤਰ ਦੇ ਵੱਲੋਂ ਆਪਣੇ ਮਾਤਾ-ਪਿਤਾ ਦਾ ਕਤਲ ਕਿਵੇਂ ਕਰਵਾਇਆ ਜਾ ਸਕਦਾ ਜਾਂ ਕਿਹੜਾ ਕਾਰਨਾਂ ਦੇ ਕਾਰਨ ਇਹ ਕਰਵਾਇਆ ਜਾ ਸਕਦਾ ਹੈ। ਤੁਹਾਨੂੰ ਲੱਗਦਾ ਹੈ ਸੰਭਵ ਹੈ? ਦੇਖੋ, ਇਹ ਗੱਲ ਇਸ ਤਰ੍ਹਾਂ ਹੈ ਕਿ ਇਸ ਦੁਨੀਆ 'ਚ ਬੜਾ ਕੁਝ ਹੋ ਰਿਹਾ, ਕਿਉਂਕਿ ਇਹ ਮਾਦੇ ਦੀ ਖੇਡ ਹੈ ਸਾਰੀ ਜੀ, ਮੈਟਰ ਦੀ। ਅਸੀਂ ਪਦਾਰਥਵਾਦੀ ਇੰਨੇ ਹੋ ਗਏ ਹਾਂ ਕਿ ਨਾ ਤਾਂ ਸਾਨੂੰ ਆਪਣੇ ਆਪ 'ਤੇ ਜ਼ਬਤ ਰਿਹਾ, ਨਾ ਸਾਨੂੰ ਆਪਣੀਆਂ ਤ੍ਰਿਸ਼ਨਾਵਾਂ, ਲਾਲਸਾਵਾਂ ਉੱਪਰ ਕੋਈ ਕਾਬੂ ਰਿਹਾ ਜੀ। ਦਿਨ ਬ ਦਿਨ ਸਾਡੀ ਭੁੱਖ, ਲਾਲਸਾ ਵੱਧਦੀ ਜਾਂਦੀ ਹੈ ਔਰ ਅਸੀਂ ਲੋਕਾਂ ਨੂੰ ਵੇਖ ਕੇ ਆਪਣੀ ਜੀਵਨ ਜਾਂਚ ਜਿਹੜੀ ਆ ਉਹ ਪ੍ਰਭਾਵਿਤ ਕਰਦੇ ਹਾਂ। ਉਹਦੇ 'ਚ ਫਿਰ ਅਸੀਂ ਐਸੇ ਚੱਕਰ ਵੀ ਵਿੱਚ ਫਸਦੇ ਹਾਂ। ਕਈ ਵਾਰੀ ਗੁਆਂਢੀ ਦੀ ਗੱਡੀ ਨਵੀਂ ਆ ਗਈ ਤੇ ਆਪ ਅਸੀਂ ਮਤਲਬ ਚਾਦਰ ਵੇਖ ਕੇ ਪੈਰ ਨਹੀਂ ਪਸਾਰੇ, ਕਰਜ਼ਾ ਲੈ ਕੇ ਉਹ ਲੈ ਲਿਆ। ਵਿਆਹਾਂ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਖਰਚ ਕਰ ਬੈਠਦੇ ਆ ਔਰ ਆਪਣੇ ਆਪ ਨੂੰ ਦੂਜਿਆਂ ਤੋਂ ਵੱਡਾ ਵਿਖਾਉਣ ਵਾਸਤੇ ਕਈ ਵਾਰੀ ਅਸੀਂ ਇਸ ਤਰ੍ਹਾਂ ਮਤਲਬ ਜਾਲ 'ਚ ਫਸਦੇ ਆ ਕਿ ਉਹਦੇ 'ਚ ਫਿਰ ਨਿਕਲਣਾ ਮੁਸ਼ਕਲ ਹੋ ਜਾਂਦਾ ਔਰ ਉਹਦਾ ਅੰਤ ਇਸ ਤਰ੍ਹਾਂ ਦੇ ਦੁਖਾਂਤ ਘਟਨਾਵਾਂ ਬਣ ਜਾਂਦੀਆਂ ਨੇ। ਹੁਣ ਇਸ ਕੇਸ 'ਚ ਕੀ ਹੋਇਆ ਕਿ ਜਿਹੜੇ ਇਹਨਾਂ ਦੇ ਬੇਟੇ ਨੇ ਉਹ ਵੀ ਉੱਪਰ ਉਸੇ ਘਰ 'ਚ ਹੀ ਰਹਿੰਦੇ ਸੀ। ਉਹਨਾਂ ਦਾ ਪਰਿਵਾਰ ਵੀ ਉੱਥੇ ਹੀ ਰਹਿੰਦਾ, ਉਹਦੀ ਵਾਈਫ ਠੀਕ ਹੈ ਤੇ ਉਹਨਾਂ ਦਾ ਪੋਤਾ। ਇਹ ਥੱਲੇ ਰਹਿੰਦੇ ਸੀਗੇ ਗਰਾਊਂਡ ਫਲੋਰ 'ਤੇ। ਤਾਂ ਹੋਇਆ ਇਹ ਕਿ ਇੱਕ ਦਿਨ ਮਤਲਬ ਘਰ ਦੇ ਵਿੱਚ ਇਹ ਦੋਨੇ ਮੀਆਂ ਬੀਬੀ ਮ੍ਰਿਤ ਪਾਏ ਗਏ ਜੀ। ਉਹ ਵੀ ਤਾਂ ਪਤਾ ਲੱਗਿਆ ਕਿ ਜਦੋਂ ਉਹਨਾਂ ਦਾ ਪੋਤਾ ਸਵੇਰੇ ਆਇਆ ਤੇ ਉਹਨੇ ਦੇਖਿਆ ਤੇ ਰੌਲਾ ਪਾਇਆ। ਦੋਨਾਂ ਨੂੰ ਮਤਲਬ ਗਲ ਘੁੱਟ ਕੇ ਮਾਰਿਆ ਗਿਆ, ਉਹਨਾਂ ਦੇ ਮੂੰਹ ਦੇ ਉੱਪਰ ਸਿਰਹਾਣਾ ਰੱਖ ਕੇ ਮਾਰਿਆ ਗਿਆ। ਪੁਲਿਸ ਨੂੰ ਪਹਿਲਾਂ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਉਹ DVR ਵੀ ਲੈ ਕੇ, ਡਿਜੀਟਲ ਵੀਡੀਓ ਰਿਕਾਰਡਿੰਗ ਜਿਹੜੀ ਹੁੰਦੀ ਹੈ, ਜਿਹੜੇ ਅੰਦਰ ਘਰ ਦੇ CCTV ਕੈਮਰਾਜ਼ ਲਾਏ ਹੋਏ ਸੀ। ਫਿਰ ਉਹਨਾਂ ਨੇ, ਪੁਲਿਸ ਵਾਲਿਆਂ ਨੇ ਕੀ ਕੀਤਾ ਕਿ ਫਿਰ ਜਿਹੜੇ ਗਲੀ ਦੇ ਵਿੱਚ ਕੈਮਰੇ ਲੱਗੇ ਸੀਗੇ ਉਹਨਾਂ ਦੀ ਫੁਟੇਜ ਜਿਹੜੀ ਹੈ ਉਹਨੂੰ ਖੰਗਾਲਿਆ ਤਾਂ ਫਿਰ ਪਤਾ ਲੱਗਿਆ ਕਿ 4 ਜਾਣੇ ਸੀ ਜਿਨ੍ਹਾਂ 'ਚ ਉਹਨਾਂ ਦੇ ਕੁਝ ਦੇ ਮੂੰਹ ਬੰਨੇ ਹੋਏ ਸੀਗੇ। ਤਾਂ ਉਸ ਤੋਂ ਫਿਰ ਬਾਅਦ ਜਦੋਂ ਇਹਨਾਂ ਤੋਂ ਪੁੱਛਗਿੱਛ ਕੀਤੀ ਇਹਨਾਂ ਦੇ ਬੇਟੇ ਨੂੰ, ਪਹਿਲਾਂ ਤਾਂ ਉਹ ਬਿਆਨ ਬਦਲਦਾ ਰਿਹਾ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਫਿਰ ਥੋੜ੍ਹਾ ਜਿਹਾ ਮਤਲਬ ਕਰੜਾਈ ਨਾਲ ਪੁੱਛਿਆ ਤਾਂ ਉਹ ਮੰਨ ਗਿਆ ਕਿ ਮੈਂ ਕਰਵਾਇਆ, ਮੈਂ ਪਹਾੜੇ ਦੇ ਕਾਤਲਾਂ ਤੋਂ ਇਹ ਕੰਮ ਕਰਵਾਇਆ। ਔਰ ਉੱਥੇ ਨਾਲ ਇੱਕ ਪਿੰਡ ਹੈ, ਉੱਥੋਂ ਦੇ ਨੇ ਉਹ ਨੌਕਰੀ ਲੱਭਣ ਵਾਸਤੇ ਆਏ ਸੀ ਕਿਉਂਕਿ ਇਹਨਾਂ ਦਾ ਸਕੂਲ ਹੈ, ਜਿਹੜਾ ਸਕੂਲ ਮਤਲਬ 에ਅਰਫੋਰਸ ਅਧਿਕਾਰੀ ਉਹਨਾਂ ਦੀ ਪਤਨੀ ਚਲਾਉਂਦੀ ਸੀ ਤੇ ਉਹ ਜਿਹੜੇ 에ਅਰਫੋਰਸ ਦੇ ਸੇਵਾ ਮੁਕਤ ਅਧਿਕਾਰੀ ਸੀਗੇ ਉਹ ਪ੍ਰਾਪਰਟੀ ਦਾ ਕੰਮ ਵੀ ਕਰਦੇ ਸੀਗੇ ਜੀ। ਪ੍ਰੋਬਲਮ ਇਹ ਸੀ ਕਿ ਲੜਕਾ ਇਹ ਚਾਹੁੰਦਾ ਸੀ ਭਾਵੇਂ ਲੜਕੇ ਨੂੰ, ਆਪਣੇ ਬੇਟੇ ਨੂੰ ਉਹ 10,000 ਰੁਪਇਆ ਮਹੀਨਾ ਦਿੰਦੇ ਸੀ ਤੇ ਉਹਦੀ ਵਾਈਫ ਨੂੰ 8500 ਰੁਪਇਆ ਮਹੀਨਾ ਦਿੰਦੇ ਸੀ ਸਕੂਲ ਦੀ ਕਮਾਈ ਚੋਂ ਜੀ। ਪਰ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਬੇਟੇ ਨੂੰ ਕਿ ਸਾਰੀ ਪ੍ਰਾਪਰਟੀ ਫੌਰੀ ਤੌਰ ਤੇ ਮੇਰੇ ਨਾਂ ਕਰਵਾਈ ਜਾਵੇ। ਕਾਲੀ ਪੈ ਗਈ। ਪਰ ਉਹਦੇ ਫਾਦਰ ਸੀ ਜਿਹੜੇ, ਉਹ ਇਸ ਗੱਲ ਤੇ ਬਾਜ਼ਿਦ ਸੀ ਕਿ ਨਹੀਂ, ਇਸ ਤਰ੍ਹਾਂ ਨਹੀਂ ਹੋਣਾ। ਬਿਲਕੁਲ ਠੀਕ ਹੈ, ਮਾਂ ਬਾਪ ਜਦ ਤੱਕ ਜ਼ਿੰਦਾ ਨੇ ਤਾਂ ਉਦੋਂ ਤੱਕ ਕੋਈ ਹੱਕ ਨਹੀਂ ਕਿਸੇ ਦਾ, ਕਿਉਂਕਿ ਕੱਲ ਨੂੰ
ਪਤਾ ਨਹੀਂ ਕੀ ਹੁੰਦਾ, ਕੱਢ ਕੇ ਬਾਹਰ ਮਾਰਨ। ਬਹੁਤ ਸਾਰੀਆਂ ਐਸੀਆਂ ਘਟਨਾਵਾਂ ਨੇ, ਚੰਡੀਗੜ੍ਹ 'ਚ ਵੀ ਇੱਕ ਵਾਰੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਸੀ ਜਿੱਥੇ ਮਾਂ-ਬਾਪ ਨੂੰ ਬਾਹਰ ਕੱਢਤਾ ਸੀਗਾ। ਔਰ ਫਿਰ ਉਹ ਬੰਦਾ ਜਿਹੜਾ ਸੀ ਉਹ ਸਾਬਕਾ ਜੱਜ ਸੀ, ਔਰ ਉਹਨਾਂ ਨੇ ਜਦੋਂ ਚਾਰਾਜ਼ੋਈ ਕੀਤੀ ਅਦਾਲਤ ਦੇ ਵਿੱਚ, ਤਾਂ ਫਿਰ ਉਸ ਤੋਂ ਬਾਅਦ ਅਦਾਲਤੀ ਹੁਕਮ ਨਾਲ ਉਹਨਾਂ ਨੂੰ ਉੱਥੇ ਘਰੇ ਰੱਖਿਆ ਗਿਆ। ਹੁਣ ਤਾਂ ਤੁਹਾਨੂੰ ਪਤਾ ਕਿ ਸੁਪਰੀਮ ਕੋਰਟ ਦੀ ਰੂਲਿੰਗ ਹੈ ਕਿ ਜੇ ਮਾਂ-ਬਾਪ ਦਾ ਕਹਿਣਾ ਨਹੀਂ ਮੰਨਦੇ, ਮਾਂ-ਬਾਪ ਦੇ ਹੁਕਮਾਂ ਤੋਂ ਬਾਗੀ ਨੇ, ਤਾਂ ਫਿਰ ਉਹਨਾਂ ਨੂੰ ਘਰ ਦੇ ਵਿੱਚ ਹਿੱਸਾ ਨਹੀਂ ਦਿੱਤਾ ਜਾ ਸਕਦਾ, ਉਹ ਭਾਵੇਂ ਪੋਤਾ ਜਾਂ ਜਿਹੜਾ ਮਰਜ਼ੀ ਹੈ। ਤੋ ਇਸ ਮਸਲੇ ਦੇ ਵਿੱਚ ਹੁਣ ਇਹ ਪਤਾ ਲੱਗ ਗਿਆ ਕਿ ਇਹਨਾਂ ਦੇ ਬੇਟੇ ਨੇ ਹੀ ਫਿਰੌਤੀ ਦੇ ਕੇ ਉਹਨਾਂ ਨੂੰ, ਠੀਕ, 2.5 ਲੱਖ ਦੇ ਵਿੱਚ ਇਹ ਸੌਦਾ ਕੀਤਾ ਗਿਆ। ਜੀ ਹੁਣ ਅਸੀਂ ਕਿੱਧਰ ਨੂੰ ਜਾ ਰਹੇ ਹਾਂ? ਬਿਲਕੁਲ ਜੀ, ਬਿਲਕੁਲ। ਗੱਲ ਇਹ ਹੈ ਕਿ ਸਾਡੀ ਮਤਲਬ ਜਿਹੜੀ ਸਮਾਜ ਦੀ ਮਾਨਸਿਕਤਾ ਇਸ ਤਰ੍ਹਾਂ ਦੀ ਹੈ ਕਿ ਹਰ ਪਰਿਵਾਰ ਚਾਹੁੰਦਾ ਜੇ ਬੇਟੀ ਹੋ ਜੇ ਤਾਂ ਮਤਲਬ ਇੱਕ ਤਰ੍ਹਾਂ ਨਾਲ ਦੁਖੀ ਬੰਦਾ ਮਹਿਸੂਸ ਕਰਦਾ ਆਪਣੇ ਆਪ ਨੂੰ। ਅਸੀਂ ਇੰਨੇ ਮਤਲਬ ਤੰਗ ਨਜ਼ਰ ਹੋ ਗਏ ਹਾਂ। ਜੇ ਦੂਸਰੀ ਬੇਟੀ ਹੋ ਜੇ ਤਾਂ ਫਿਰ ਇਹ ਲੱਗਦਾ ਫਿਰ ਮੁਸੀਬਤ ਦਾ ਪਹਾੜ ਟੁੱਟ ਪੈਂਦਾ। ਬਿਲਕੁਲ। ਬੇਟਾ ਲੈਣ ਵਾਸਤੇ ਅਸੀਂ ਕੀ ਕੁਝ ਨਹੀਂ ਕਰਦੇ, ਬਿਲਕੁਲ, ਹਨਾ। ਔਰ ਪੰਜਾਬੀ ਨੇ ਜਿਹੜੇ ਉਹ ਇਸ ਗੱਲੋਂ ਬਦਨਾਮ ਨੇ ਕਿ ਸਭ ਤੋਂ ਵੱਧ ਕੁੜੀਆਂ ਗਰਭ ਦੇ ਵਿੱਚ ਇਹਨਾਂ ਨੇ ਮਾਰੀਆਂ, ਮਾਰ ਰਹੇ ਨੇ। ਬਿਲਕੁਲ। ਔਰ ਪਹਿਲਾਂ ਤਾਂ ਇਹ ਇੱਕ ਤਰ੍ਹਾਂ ਦੀ ਸਮਾਜਿਕ ਪ੍ਰਥਾ ਸੀ ਕਿ ਜਿਸ ਘਰ ਦੇ ਵਿੱਚ ਬੇਟੀ ਹੋ ਜਾਂਦੀ ਸੀ ਉਹਨੂੰ ਮਾਰ ਦਿੰਦੇ ਸੀ, ਠੀਕ ਹੈ, ਘੜੇ 'ਚ ਪਾ ਘੋਟ ਕੇ, ਗਲ ਘੋਟ ਕੇ ਪਾ ਕੇ ਤੇ ਦੱਬ ਦਿੰਦੇ ਸੀ। ਹੁਣ ਬਹੁਤ ਸਾਰੀਆਂ ਐਸੀਆਂ ਉਦਾਹਰਨਾਂ ਨੇ ਜਿੱਥੇ ਪੁੱਤ ਕਪੁੱਤ ਹੋ ਗਏ, ਬਿਲਕੁਲ, ਤੇ ਧੀਆਂ ਨਿਭੀਆਂ, ਔਰ ਧੀਆਂ ਹੀ ਨਿਭਦੀਆਂ ਨੇ। ਮੈਂ ਆਪਣੇ ਪਰਿਵਾਰ 'ਚੋਂ ਕਈ ਮਤਲਬ ਇਸ ਤਰ੍ਹਾਂ ਦੀਆਂ ਉਦਾਹਰਨਾਂ ਦੇ ਸਕਦਾ। ਮੇਰੀ ਸਭ ਤੋਂ ਛੋਟੀ ਭੈਣ ਹੈ, ਉਹਦੇ ਪਹਿਲੀ ਬੇਟੀ ਹੋਈ, ਫਿਰ ਦੂਸਰੀ ਬੇਟੀ ਹੋਈ, ਫਿਰ ਤੀਸਰੀ ਬੇਟੀ ਹੋਈ ਜੀ, ਠੀਕ। ਉਹ ਤਿੰਨੇ ਬੇਟੀਆਂ ਉਹਨਾਂ ਦੀਆਂ, ਕਿਉਂਕਿ ਭੈਣ ਸਾਡੀ ਕਨਵੈਂਟ ਸਕੂਲ ਦੇ ਵਿੱਚ ਟੀਚਰ ਸੀ, ਉੱਥੇ ਉਹਨਾਂ ਤਿੰਨਾਂ ਦੀ ਪੜ੍ਹਾਈ ਜਿਹੜੀ ਹੈ ਉਹ ਮੁਫਤ ਹੋ ਗਈ, ਫ੍ਰੀ ਕਰਤੀ, ਤਿੰਨੇ ਪੜ੍ਹੀਆਂ ਜੀ। ਹੁਣ ਇੱਕ ਜਿਹੜੀ 2 ਡਾਕਟਰਸ ਨੇ, ਔਰ ਮਤਲਬ ਰਿਪਿਊਟਡ ਇੰਸਟੀਟਿਊਸ਼ਨ ਤੋਂ ਉਹਨਾਂ ਨੇ MD ਕੀਤੀ ਹੈ ਜੀ। ਇੱਕ ਜਿਹੜੀ ਬੇਟੀ ਹੈ ਉਹ ਇੰਜੀਨੀਅਰ ਹੈ, ਤੇ ਉਹ 에ਅਰ ਫੋਰਸ ਦੇ ਸਕਾਡਰਨ ਲੀਡਰ ਨਾਲ ਮੈਰਿਡ ਹੈ ਜੀ। ਅੱਛਾ, ਫਿਰ ਮੇਰੀ ਮਤਲਬ ਜਿਹੜੀ ਸਿਸਟਰ ਇਨ ਲਾ ਹੈ, ਮੇਰੀ ਮਿਸਿਸ ਦੀ ਭੈਣ ਜੀ, ਉਹਦੇ ਅੱਗੇ 3 ਬੇਟੀਆਂ ਨੇ, ਠੀਕ ਹੈ। ਤਿੰਨੇ ਬੇਟੀਆਂ ਹੀ ਮਤਲਬ ਬਹੁਤ ਅੱਛੇ ਘਰਾਂ 'ਚ ਵਿਆਹੀਆਂ ਨੇ ਜੀ, ਔਰ ਤਿੰਨੇ ਹੀ ਜੌਬ ਕਰਦੀਆਂ। ਬਿਲਕੁਲ। ਹੁਣ ਜਿਹੜੀ ਇੱਕ ਸਾਡੇ ਭਾਵੇਂ ਸੋਚ ਸਾਡੀ ਉਹੀ ਹਜੇ ਵੀ ਉੱਥੇ ਹੀ ਖੜੀ ਹੈ ਕਿ ਬੇਟਾ ਹੋਣਾ ਬਹੁਤ ਜ਼ਰੂਰੀ ਹੈ। ਲੋਕ ਪਤਾ ਨਹੀਂ ਕਿਉਂ ਨਹੀਂ ਸਮਝ ਪਾ ਰਹੇ ਕਿ ਹੁਣ ਹਾਲਾਤ ਪਹਿਲਾਂ ਵਰਗੇ ਨਹੀਂ ਰਹੇ। ਮੁੰਡਿਆਂ ਨੂੰ ਲੈ ਕੇ ਮਾਤਾ ਪਿਤਾ ਅਸੀਂ ਕਈ ਵਾਰ ਦੁੱਖ ਤਕਲੀਫ 'ਚ ਤੇ ਰੋਂਦੇ ਵੇਖੇ ਨੇ, ਔਰ ਉਹਨਾਂ ਨੂੰ ਆ ਕੇ ਆਪਣੇ ਸਹੁਰੇ ਘਰ 'ਚੋਂ ਜਿਹੜੀਆਂ ਕੁੜੀਆਂ ਨੇ ਉਹੀ ਆ ਕੇ ਸੰਭਾਲਦੀਆਂ ਨੇ। ਸੋ ਅਜੇ ਬਹੁਤ ਸਾਰੀਆਂ ਉਦਾਹਰਨਾਂ ਸਮਾਜ ਦੇ ਵਿੱਚ ਮਿਲਦੀਆਂ ਨੇ, ਪਰ ਫਿਰ ਵੀ ਜਿਹੜਾ ਇੱਕ ਸਾਡਾ ਸਮਾਜ ਦਾ ਰਵੱਈਆ ਹੈ ਬੇਟੀਆਂ ਨੂੰ ਲੈ ਕੇ ਜਾਂ ਸੋਚ ਹੈ ਉਹ ਅਜੇ ਤੱਕ ਬਦਲੀ ਨਹੀਂ ਹੈ। ਦੇਖੋ ਪਤਾ ਕੀ ਹੈ, ਇੱਕ ਬਹੁਤ ਹੀ ਘਾਂਜੂ ਜਿਹਾ ਤਰਕ ਦਿੱਤਾ ਜਾਂਦਾ ਹੈ ਕਿ ਜੀ ਲੜਕਿਆਂ ਨਾਲ ਵੰਸ਼ ਚੱਲਦਾ ਜੀ, ਠੀਕ। ਪਰ ਇੱਕ ਗੱਲ ਦੱਸੋ, ਜੇ ਮੈਂ ਤੁਹਾਨੂੰ ਵੀ ਪੁੱਛਾਂ ਜਾਂ ਤੁਸੀਂ ਮੈਨੂੰ ਪੁੱਛੋ, ਮੈਂ ਤੁਹਾਨੂੰ ਆਪਣੇ ਪੜਦਾਦੇ ਦਾ ਨਾਮ ਦੱਸ ਸਕਦਾ, ਬਹੁਤਾ ਜ਼ੋਰ ਲਾ ਕੇ ਕਿਸੇ ਲੱਕੜ ਦਾਦੇ ਦਾ ਨਾਮ ਦੱਸ ਦੂੰਗਾ, ਪਰ ਉਸ ਤੋਂ ਪਿੱਛੇ ਉਦੋਂ ਪਿੱਛੇ ਕਪਲ ਚੌਧਰੀ ਹੀ ਹੈ, ਕੁਝ ਨਹੀਂ ਪਤਾ ਕੌਣ ਕੀ ਸੀ, ਕਿੱਥੋਂ ਆਏ ਸੀ, ਕਿੱਧਰ ਗਏ ਸੀ ਜੀ, ਠੀਕ ਹੈ। ਕੋਈ ਬੰਦਾ ਜਿਹੜਾ ਅੱਗੇ ਬਾਦਸ਼ਾਹਾਂ ਦੇ ਕੁਰਸੀਨਾਮੇ ਹੁੰਦੇ ਸੀਗੇ, ਉਹ ਤਾਂ ਇੱਕ ਉਹਨਾਂ ਦੇ ਮਤਲਬ ਦਸਤਾਵੇਜ਼ੀ ਉਹ ਸਾਰਾ ਕੁਝ ਨੋਟ ਕੀਤਾ ਜਾਂਦਾ ਸੀ, ਲੇਕਿਨ ਫਿਰ ਵੀ ਇੱਕ ਜਗ੍ਹਾ ਤੇ ਆ ਕੇ ਉਹ ਵੀ ਰੁਕ ਜਾਂਦੇ ਸੀ ਕਿ ਐਕਚੁਅਲੀ ਸ਼ੁਰੂ ਕਿੱਥੋਂ ਹੋਇਆ ਜੀ, ਮਤਲਬ ਉਹਨਾਂ ਦਾ ਵੰਸ਼ ਸ਼ੁਰੂ ਕਿੱਥੋਂ ਹੋਇਆ, ਆਵਾਜ਼ ਕਿੱਥੋਂ ਹੋਇਆ। ਬਹੁਤ ਸਾਰਾ ਅਗਰ ਜ਼ੋਰ ਲਗਾ ਵੀ ਲਿਆ ਜਾਵੇ, ਜਾਂ ਮੈਂ ਆਪਣੇ ਪਰਿਵਾਰ ਦੇ ਵਿੱਚ ਵੀ ਪਿੱਛੇ ਜਾਣ ਦੀ ਕੋਸ਼ਿਸ਼ ਕਰਾਂ, ਜੇ ਮੈਂ ਆਪਣੇ ਪਰਿਵਾਰ ਦੇ ਬਹੁਤ ਸਾਰੇ ਪੁਰਾਣੇ ਬਜ਼ੁਰਗ ਨੂੰ ਵੀ ਫੜ ਲਵਾਂ ਤੇ ਉਹਨੂੰ ਵੀ ਪੁੱਛਾਂ ਨਾ, ਤੇ ਉਹ ਵੀ ਮੈਨੂੰ ਲੱਗਦਾ ਕਿ 5 ਪੀੜ੍ਹੀਆਂ ਦੱਸ ਸਕਦੇ ਨੇ, ਵੱਧ ਤੋਂ ਵੱਧ 6 ਵੀ ਦੱਸ ਦੇਣਗੇ। ਉਸ ਤੋਂ ਪਿੱਛੋਂ ਇਹ ਕਿੱਥੋਂ ਕਹਾਣੀ ਸ਼ੁਰੂ ਹੋਈ ਸੀ ਇਹ ਤਾਂ ਕੋਈ ਵੀ ਨਹੀਂ ਦੱਸ ਸਕਦਾ। ਬਾਕੀ ਜਿਹੜੇ ਪਿੱਛੇ ਮੰਜੇ ਪਏ ਨੇ, ਪਲੰਗ ਪਏ ਨੇ, ਪੀੜ੍ਹੀਆਂ ਰਹਿ ਗਈਆਂ ਨੇ ਤੇ ਉਹਨਾਂ ਦਾ ਕੋਈ ਪਤਾ ਨਹੀਂਗਾ ਕਿਵੇਂ ਹੈ। ਤਾਂ ਗੱਲ ਇਹ ਹੈ ਕਿ ਇਹ ਬੇਤਰਕ ਗੱਲਾਂ ਨੇ, ਕਿਉਂਕਿ ਜਦ ਕੋਈ ਰਿਹਾ ਹੀ ਨਾ, ਠੀਕ ਹੈ, ਮੌਤ ਦਾ ਚਾਰਾ ਸਭ ਨੇ ਬਣਨਾ, ਬਿਲਕੁਲ ਜੀ, ਠੀਕ। ਇਹ ਜਾਣਦੇ ਹੋਏ ਕਿ ਅਸੀਂ ਮਰ ਜਾਵਾਂਗੇ, ਔਰ ਆ ਜਿਹੜਾ ਦਿਨ ਹੈ ਇਹ ਹੈ ਜੀ, ਨਾ ਕੱਲ ਹੈ ਨਾ ਭਲਕ ਹੈ, ਠੀਕ। ਉਹ ਮਤਲਬ ਨਿਰਧਾਰਿਤ ਨੇ, ਉਹਨਾਂ ਦੀ ਕੋਈ ਅਹਿਮੀਅਤ ਨਹੀਂ।
ਤੋ ਅੱਜ ਜਿਹੜਾ ਹੈ ਇਸ ਨੂੰ ਮੁਹੱਬਤ ਨਾਲ, ਖੁਸ਼ੀ ਨਾਲ ਕਿਉਂ ਨਾ ਬਿਤਾਇਆ ਕਿਉਂ ਨਾ ਬਿਤਾਇਆ ਜਾਏ। ਬਿਲਕੁਲ ਉੱਠ ਕੇ ਰੱਬ ਦਾ ਸ਼ੁਕਰਾਨਾ ਕਿਉਂ ਨਾ ਕਰੀਏ ਯਾਰ ਵੀ ਅੱਜ ਫੇਰ ਸੂਰਜ ਮੱਥੇ ਲੱਗਿਆ, ਤਕਦੀਰ ਵਾਲੇ ਹਾਂ ਅਸੀਂ। ਪਰ ਫਿਰ ਵੀ ਜਦੋਂ ਅਖਬਾਰਾਂ ਦੇ ਵਿੱਚ ਹਰ ਰੋਜ਼ ਸਵੇਰੇ ਉੱਠ ਕੇ ਭਰੂਣ ਹੱਤਿਆਵਾਂ ਦੀਆਂ ਖਬਰਾਂ ਪੜ੍ਹਦੇ ਆ, ਸੁਣਦੇ ਆ, ਤਾਂ ਦਿਲ ਦਹਿਲ ਜਾਂਦਾ ਹੈ ਕਿ ਹਜੇ ਵੀ ਲੋਕ ਜਿਹੜੇ ਨੇ ਉਸੇ ਮਾਨਸਿਕਤਾ ਦੇ ਸ਼ਿਕਾਰ ਨੇ। ਤੋ ਆਹ ਜਿਹੜੇ ਬੂਬ ਨੇ, ਸਾਧ ਨੇ, ਇਹ ਪੈਦਾ ਕਿਉਂ ਹੋਏ ਨੇ? ਇਹ ਸਿਰਫ ਇਸ ਕਰਕੇ ਪੈਦਾ ਹੋਏ ਨੇ ਕਿ ਸਾਨੂੰ ਐਸੀਆਂ ਲੜਕਣ, ਕੋਈ ਤਾਂ ਇਹ ਕਹਿੰਦਾ ਮੇਰੀ ਲਾਟਰੀ ਨਿਕਲਿਆ ਵੀ, ਕੋਈ ਮੇਰੇ ਮੁੰਡਾ ਹੋ ਜੇ, ਜਨਾਨੀਆਂ ਸਾਧਾਂ ਕੋਲੇ ਤੁਰੀਆਂ ਫਿਰਦੀਆਂ, ਤੇ ਅੱਗੇ ਸਾਧਾਂ ਨੇ ਕੀ ਚੰਦ ਚੜਾਏ ਨੇ ਤੁਹਾਨੂੰ ਪਤਾ ਹੀ ਹੈ। ਬਿਲਕੁਲ ਜੀ, ਬਿਲਕੁਲ ਹੈ ਨਾ। ਸੋ ਗੱਲ ਇਹ ਹੈਗੀ ਹੈ ਕਿ ਸਾਨੂੰ ਇਹਨਾਂ ਗੱਲਾਂ 'ਚ ਨਹੀਂ ਪੈਣਾ ਚਾਹੀਦਾ ਜੀ। ਔਰ ਇੱਥੇ ਹੀ ਹਰ ਬੰਦਾ ਭੁਗਤਦਾ। ਹੁਣ ਤੁਸੀਂ ਦੱਸੋ ਵੀ ਇਸ ਬੰਦੇ ਨੇ, ਇਸ ਲੜਕੇ ਨੇ ਆਪਣੇ ਮਾਂ-ਬਾਪ ਨੂੰ ਕਤਲ ਕਰਵਾਇਆ, ਇਹਦਾ ਆਪਣਾ ਪਰਿਵਾਰ ਸਾਰੀ ਜ਼ਿੰਦਗੀ ਇਸ ਸੰਤਾਪ 'ਚ ਗੁਜ਼ਰੇਗੀ ਜੀ। ਉਹ ਬੱਚਿਆਂ ਦੀ ਪਰਵਰਿਸ਼ ਕਿਵੇਂ ਹੋਵੇਗੀ, ਇਹਦੇ ਬੱਚੇ ਦੀ, ਉਹਦੇ ਤੇ ਕਿਸ ਤਰ੍ਹਾਂ ਦੇ ਮਾਨਸਿਕ ਪ੍ਰਭਾਵ ਪੈਣਗੇ। ਔਰ ਫਿਰ ਤੁਸੀਂ ਦੇਖਿਆ ਹੋਣਾ ਕਿ ਜਦੋਂ ਇਹੋ ਜਿਹੇ ਮਸਲੇ ਦੇ ਵਿੱਚ ਕੋਈ ਬੰਦਾ ਫਸ ਜਾਂਦਾ, ਇਹ ਡਬਲ ਮਰਡਰ ਹੈ ਔਰ ਇਹ ਪ੍ਰੂਵ ਹੋ ਜਾਣਾ ਅਦਾਲਤ ਦੇ ਵਿੱਚ, ਸਾਰੀ ਜ਼ਿੰਦਗੀ ਜੇਲ੍ਹ 'ਚ ਗੁਜ਼ਰੇਗੀ ਜੀ, ਹੈ ਨਾ। ਔਰ ਜਦੋਂ ਕੋਈ ਬੰਦਾ ਇਸ ਤਰ੍ਹਾਂ ਦੇ ਉਸ ਚੱਕਰ 'ਚ ਫਸਦਾ ਹੈ ਤਾਂ ਸਿਆਣੇ ਕਹਿੰਦੇ ਨੇ ਚੁੱਲ੍ਹਿਆਂ 'ਚ ਘਾਹ ਉੱਗ ਆਉਂਦਾ। ਬਿਲਕੁਲ ਜੀ। ਸਾਰਾ ਮਤਲਬ ਤੁਹਾਡਾ ਵਕਤ ਜਿਹੜਾ ਹੈ ਉਹ ਇਹ ਸੋਚਣ 'ਚ ਲੱਗ ਜਾਂਦਾ ਕਿ ਹੁਣ ਕੀ ਹੋਊਗਾ। ਬਿਲਕੁਲ ਜੀ। ਆਪਣਾ ਤਾਂ ਜਿਹੜਾ ਕਰੀਅਰ ਸੀਗਾ ਖਰਾਬ ਹੋਇਆ, ਅੱਗਿਓਂ ਦੀ ਉਹਨਾਂ ਦੇ ਆਪਣੇ ਬੱਚਿਆਂ ਦਾ ਭਵਿੱਖ ਜਿਹੜਾ ਉਹ ਵੀ ਕਾਫੀ ਹੱਦ ਤੱਕ ਖਤਰੇ ਦੇ ਵਿੱਚ ਹੈ। ਅਗਲੇ ਮੁੱਦੇ ਵੱਲ ਵਧਦੇ ਹਾਂ। ਸਕੂਲੀ ਸਿੱਖਿਆ ਦੇ ਬਾਰੇ ਨੈਸ਼ਨਲ ਅਚੀਵਮੈਂਟ ਸਰਵੇ 2021 ਦੀ ਰਿਪੋਰਟ ਸਾਹਮਣੇ ਆਈ ਹੈ, ਜਿਹਦੇ ਵਿੱਚ 3, 5ਵੀਂ, 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਉੱਤੇ ਸਰਵੇਖਣ ਕੀਤਾ ਗਿਆ। ਔਰ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬ ਦਾ ਜਿਹੜਾ ਸਿੱਖਿਆ ਦਾ ਪੱਧਰ ਹੈ ਇਹਦੇ ਵਿੱਚ ਕਾਫੀ ਉੱਚਾ ਟੌਪ ਕੀਤਾ ਜੀ। ਬਿਲਕੁਲ। ਕੀ ਕਹੋਗੇ ਰਾਸ਼ਟਰੀ ਪੱਧਰ ਤੇ ਟੌਪ ਕੀਤਾ ਜੀ? ਇਹ ਵੈਸੇ ਉਹਨਾਂ ਲੋਕਾਂ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਛਾਂਟਾ ਹੀ ਵੱਜਿਆ ਉਹਨਾਂ ਦੇ, ਜਿਹੜੇ ਦਿੱਲੀ ਮਾਡਲ ਦੀ ਰੱਟ ਲਈ ਜਾਂਦੀ ਤੋਤੇ ਵਾਂਗੂ। ਹੁਣ ਪਤਾ ਲੱਗ ਗਿਆ ਨਾ ਵੀ ਦਿੱਲੀ ਮਾਡਲ ਕੀ ਹੈ। ਦਿੱਲੀ ਮਾਡਲ ਸਿਰਫ ਇੱਕ ਇਸ਼ਤਿਹਾਰਬਾਜ਼ੀ ਦਾ ਮਤਲਬ ਕਹਿ ਲਓ ਸਿੱਕਾ ਹੈ ਜੀ, ਜਿਹੜਾ ਕਿਉਂ ਪ੍ਰਚਾਰਿਆ ਗਿਆ ਵੀ ਦਿੱਲੀ 'ਚ ਪਤਾ ਨਹੀਂ ਕੀ ਇਨਕਲਾਬ ਆ ਗਿਆ। ਦਿੱਲੀ ਦਾ ਸਿੱਖਿਆ ਮਾਡਲ, ਦਿੱਲੀ ਦਾ ਸਿਹਤ ਮਾਡਲ, ਹੈ ਨਾ ਜੀ, ਬੜਾ ਕੁਛ ਮਤਲਬ ਉੱਥੇ ਕਿਹਾ ਗਿਆ। ਦਿੱਲੀ ਦੇ ਹਸਪਤਾਲ ਜਿਹੜੇ ਨੇ ਆਖੇ ਜੀ ਬਹੁਤ ਵਧੀਆ, ਵਰਲਡ ਕਲਾਸ ਹੈ ਸਾਰਾ ਕੁਛ ਹੀ ਉੱਥੇ, ਵਰਲਡ ਕਲਾਸ ਹੀ ਉੱਥੇ ਸਕੂਲ ਨੇ, ਵਰਲਡ ਕਲਾਸ ਹੀ ਉੱਥੇ ਡਿਸਪੈਂਸਰੀਆਂ ਨੇ, ਵਰਲਡ ਕਲਾਸ ਮੁਹੱਲਾ ਕਲੀਨਿਕ ਨੇ, ਜਦ ਕਿ ਅਜਿਹਾ ਕੁਛ ਨਹੀਂ ਹੈ। ਇਸ ਗੱਲ ਨੇ ਇਹ ਗੱਲ ਸਿੱਧ ਕਰਤੀ ਹੈ ਕਿ ਪੰਜਾਬ ਦੀ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹ ਰਾਸ਼ਟਰੀ ਪੱਧਰ ਤੇ ਸਭ ਤੋਂ ਬਿਹਤਰ ਹੈ ਔਰ ਦਿੱਲੀ ਮਾਡਲ ਕੋਈ ਨਹੀਂ। ਤੇ ਦਿੱਲੀ ਮਾਡਲ ਸਿਰਫ ਇੱਕ ਸ਼ੋਸ਼ਾ ਹੈ ਜਿਹੜਾ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਆਮ ਆਦਮੀ ਪਾਰਟੀ ਵੱਲੋਂ ਵਰਤਿਆ ਜਾ ਰਿਹਾ ਹੈ। ਹੌਲੀ ਹੌਲੀ ਮਤਲਬ ਇਸ ਗੱਲ ਦਾ ਹੁਣ ਅਹਿਸਾਸ ਹੋਵੇਗਾ ਲੋਕਾਂ ਨੂੰ ਕਿ ਅਸੀਂ ਕਿਹੜੇ ਚੱਕਰ 'ਚ ਫਸ ਗਏ ਹਾਂ। ਠੀਕ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ, ਜਾਂ ਹੋਰ ਵਿਰੋਧੀ ਪਾਰਟੀਆਂ ਨੇ, ਕੈਪਟਨ ਅਮਰਿੰਦਰ ਸਿੰਘ ਜਿਹੜੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਨੇ ਕਿਹਾ ਵੀ ਹੁਣ ਤੁਸੀਂ ਦੇਖ ਲਓ, ਹੁਣ ਤਾਂ ਅੰਕੜੇ ਤੁਹਾਡੇ ਸਾਹਮਣੇ ਨੇ ਜੀ। ਔਰ ਜਿਹੜੇ ਦਿੱਲੀ ਮਾਡਲ ਦਾ ਪ੍ਰਚਾਰ ਕੀਤਾ ਗਿਆ ਸੀਗਾ ਉਹ ਨਿਰਾ ਪੂਰਾ ਝੂਠ ਫਰੇਬ ਹੈ ਔਰ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਇਸ਼ਤਿਹਾਰਬਾਜ਼ੀਆਂ ਨੇ ਉਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ, ਕਿਉਂਕਿ ਇਹ ਲੋਕ ਜੋ ਕੁਝ ਕਹਿੰਦੇ ਨੇ ਉਹ ਕਰਦੇ ਨਹੀਂਗੇ, ਹੈ ਨਾ। ਹੁਣ ਤੁਸੀਂ ਦੇਖੋ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਨੇ ਕਿ ਐਤਕੀ ਬਜਟ ਹੈ ਜਿਹੜਾ ਉਹ ਪੇਪਰਲੈਸ ਹੋਏਗਾ ਜੀ। ਪੜ੍ਹੀ ਹੋਣੀ ਤੁਸੀਂ ਜੀ? ਬਿਲਕੁਲ ਜੀ, ਬਿਲਕੁਲ। ਕਿ ਅਸੀਂ 21 ਲੱਖ ਦਾ ਪੇਪਰ ਬਚਾਵਾਂਗੇ ਤੇ 7 ਕਰੋੜ ਦੀ ਇਸ਼ਤਿਹਾਰਬਾਜ਼ੀ ਅਸੀਂ ਕੀਤੀ ਹੈ ਅਖਬਾਰਾਂ ਦੇ ਵਿੱਚ। ਤੇ ਉਦੋਂ ਤੁਹਾਨੂੰ ਕਿਉਂ ਨਹੀਂ ਬਚਾਈ ਗਈ? ਉਦੋਂ ਤੁਹਾਨੂੰ ਖਿਆਲ ਨਹੀਂ ਆਇਆ? ਜਿਹੜੇ ਤੁਸੀਂ ਅਖਬਾਰ ਜਿਹੜੇ ਫੁੱਲ ਪੇਜ ਦੇ ਤੁਸੀਂ ਇਸ਼ਤਿਹਾਰ ਦਿੰਦੇ ਰਹੇ ਹੋ ਲਗਾਤਾਰ, 7000 ਕਰੋੜ ਤੁਸੀਂ ਜਿਹੜਾ ਹੈ ਉਹਦੇ ਵਾਸਤੇ ਇਸ਼ਤਿਹਾਰਬਾਜ਼ੀ ਵਾਸਤੇ ਲਿਆ, ਤੇ ਉਹ ਕਿੱਧਰ ਜੀ? ਬਿਲਕੁਲ। ਮਤਲਬ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਕੁਝ ਹੋਰ ਹੋ। ਹੁਣ ਇੱਥੋਂ ਇੱਕ ਨਹੀਂ, ਇਹੋ ਜਿਹੀਆਂ ਕਈ ਉਦਾਹਰਨਾਂ ਨੇ। ਇੱਕ ਪਾਸੇ ਇਹ ਕਿਹਾ ਜਾ ਰਿਹਾ ਸ਼ੀਤਲ ਕਿ ਕਿਸੇ ਮੰਤਰੀ ਦਾ ਭਤੀਜਾ, ਭਾਣਜਾ, ਕੋਈ ਰਿਸ਼ਤੇਦਾਰ ਉਹਦੇ ਨਾਲ ਨਹੀਂ ਹੋਏਗਾ, ਕੋਈ ਉਹਦਾ ਐਸਡੀ ਨਹੀਂ ਲੱਗੇਗਾ, ਠੀਕ ਹੈ। ਤੇ ਦੂਜੇ ਪਾਸੇ ਪੋਸਟਰ ਹਰ ਥਾਂ ਤੇ ਲਾਏ ਹੋਏ ਨੇ ਕਿ ਭੈਣ ਜੀ ਨੂੰ ਜੀ ਮੈਂਬਰ ਪਾਰਲੀਮੈਂਟ ਬਣਾਇਆ ਜਾਵੇ। ਬਿਲਕੁਲ। ਤੇ ਭੈਣ ਜੀ ਉੱਥੇ ਸਾਰੀਆਂ ਵੱਡੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਲੈਂਦੇ ਆ ਤੇ ਉਹ ਮੁੱਖ ਮੰਤਰੀ ਨੂੰ ਨਜ਼ਰ ਨਹੀਂ ਆਉਂਦੀ ਜੀ। ਬਿਲਕੁਲ। ਔਰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਸੋਂ ਇਸ ਗੱਲ ਦਾ ਐਲਾਨ ਕੀਤਾ ਕਿ ਹੁਣ ਕਿਸੇ ਵੀ ਵਿਧਾਇਕ ਜਾਂ ਮੰਤਰੀ ਦੇ ਨਾਲ ਉਹਦਾ ਭਰਾ, ਭਤੀਜਾ, ਭਾਣਜਾ ਕਿਸੇ ਵੀ ਮੀਟਿੰਗ ਜਾਂ ਸਮਾਗਮ ਦੇ ਵਿੱਚ ਨਹੀਂ ਆਉਣਗੇ, ਤੇ ਇਹਦੇ ਉੱਤੇ ਵੀ ਲੋਕਾਂ ਨੇ ਬਹੁਤ ਸਵਾਲ ਕੀਤੇ। ਕਹਿੰਦੇ ਕਿ ਤੁਹਾਡੀ ਆਪਣੀ ਭੈਣ ਤਾਂ ਹਰੇਕ ਮੀਟਿੰਗ ਦੇ ਵਿੱਚ ਤੁਹਾਡੇ ਨਾਲ ਸ਼ਾਮਲ ਹੁੰਦੀ ਹੈ, ਹਰੇਕ ਸਮਾਗਮ ਦੇ ਵਿੱਚ ਸ਼ਾਮਲ ਹੁੰਦੀ ਹੈ, ਤੇ ਪਹਿਲਾਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਇਹੀ ਹੈ ਕਿ ਨਾ ਜਿਹੜੇ ਸਿਆਸਤਦਾਨ ਹੁੰਦੇ ਨੇ, ਇਹਨਾਂ ਦੀ ਜਿਹੜੀ ਕਾਰਜਸ਼ੈਲੀ ਹੁੰਦੀ ਹੈ ਨਾ, ਇਹ ਸਮਝਦੇ ਕਿ ਲੋਕ ਬੌਂਗੇ ਨੇ, ਬੌਲੇ ਆ, ਇਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਅੱਜ ਆਹ ਬਿਆਨ ਦੇ ਦਿਓ, ਤੜਕੇ ਉੱਠ ਕੇ ਚਾਹ ਪੀ ਕੇ, ਦੁਪਹਿਰੇ ਹੋਰ ਦੇ ਦਿਓ, ਸ਼ਾਮ ਨੂੰ ਹੋਰ ਦੇ ਦਿਓ, ਠੀਕ ਹੈ।
ਤੇ ਆਪਣੀ ਜਿਹੜੀ ਕਾਰਜਸ਼ਾਲੀ ਉਵੇਂ ਹੀ ਚੱਲਦੀ ਰਹਿਣ ਦਿਓ, ਉਵੇਂ ਚੱਲਦੀ ਰਹਿਣ ਸਾਨੂੰ ਕਿਹੜਾ ਕਿਸੇ ਨੇ ਧਿਆਨ ਫਿਰ ਇਹ ਦੇਣਾ। ਹੈ ਵੀ ਲੋਕ ਉਹ ਕਹਿੰਦੇ ਆ ਵੀ 2 ਦਿਨ ਰੌਲਾ ਰੱਪਾ ਪਾਉਣਗੇ, ਬੈਠ ਕੇ ਗੱਲਾਂ ਕਰਨਗੇ, ਸੋਸ਼ਲ ਮੀਡੀਆ ਤੇ ਪੋਸਟਾਂ ਪਾਉਣਗੇ, ਪਰ ਆਪੇ ਅੱਕ ਕੇ ਚੁੱਪ ਕਰ ਜਾਣਗੇ ਜੀ। ਠੀਕ ਹੈ। ਲੇਕਿਨ ਹੁਣ ਨਾ ਲੋਕਾਂ 'ਚ ਬਹੁਤ ਜਾਗਰਤੀ ਆਈ ਹੈ। ਤੁਸੀਂ ਕਦੇ ਸੋਚ ਸਕਦੇ ਸੀ ਕਿ ਅਕਾਲੀ ਦਲ ਦਾ ਇਹ ਹਾਲ ਹੋ ਜਾਊਗਾ, ਬਾਦਲ ਅਕਾਲੀ ਦਲ ਦਾ ਇਹ ਹਾਲ ਹੋ ਜਾਊਗਾ ਕਿ 2 ਬੰਦੇ ਜਿੱਤਣਗੇ ਜੀ? ਤਾਂ ਮਤਲਬ ਨਿਗਾਰ ਦੀ ਰਫ਼ਤਾਰ ਦੇਖੋ, ਬਿਲਕੁਲ ਠੀਕ ਹੈ। ਕੁਫਰ ਟੂਟਾ ਖੁਦਾ ਖੁਦਾ ਕਰਕੇ ਜੀ। ਤਾਂ ਹੁਣ ਇਹ ਹੈ ਕਿ ਜਦੋਂ ਇਹਨਾਂ ਦਾ ਇੰਨਾ ਮਾੜਾ ਹਾਲ ਹੋਇਆ ਤਾਂ ਫਿਰ ਕਿਸੇ ਨੂੰ ਇਸ ਭਰਮ 'ਚ ਨਹੀਂ ਰਹਿਣਾ ਚਾਹੀਦਾ ਕਿ ਸਾਡੇ ਸਿਰ ਤੇ ਹਮੇਸ਼ਾ ਹੀ ਤਾਜ ਰਹੇਗਾ ਸੱਤਾ ਦਾ। ਕਿਉਂਕਿ ਦੇਖੋ ਲੋਕਾਂ ਨੇ ਕਿੰਨੀ ਮਤਲਬ ਕਹਿ ਲਓ ਬਈ ਸਿਆਣਪ ਨਾਲ ਫੈਸਲਾ ਕੀਤਾ। ਕਾਂਗਰਸ ਵੀ ਰਿਪੀਟ ਤੀ, ਅਕਾਲੀ ਦਲ ਤਾਂ ਮਾਂ ਜੀ ਦਿੱਤਾ ਚੰਗੀ ਤਰ੍ਹਾਂ। ਪਰ ਜੇ ਤੁਸੀਂ ਸਿਰਫ ਝੂਠ ਮਾਰੋਗੇ, ਆਪਣੀ ਕਹੀ ਦੇ ਉੱਤੇ ਤੁਸੀਂ ਪਹਿਰਾ ਨਹੀਂ ਦਿਓਗੇ, ਜੇ ਤੁਸੀਂ ਇਹ ਸਮਝ ਲਿਆ ਕਿ ਅਸੀਂ ਹੁਣ 5 ਸਾਲ ਰਾਜ ਕਰਨਾ ਹੈ, ਤਾਂ ਇਹ ਭੁਲੇਖਾ ਹੈ। ਕਿਉਂਕਿ ਨਾ ਲੋਕ ਜਦੋਂ ਅੱਕ ਜਾਣ ਤੇ ਜਦੋਂ ਲੋਕ ਆਪਣੇ ਆਪ ਨੂੰ ਠੱਗੇ ਮਹਿਸੂਸ ਕਰਨ, ਫਿਰ ਉਹ ਭਜਾ ਕੁੱਟਦੇ ਹੁੰਦੇ ਨੇ। ਤੇ ਜੇਕਰ ਉਹਨਾਂ ਨੇ ਤੁਹਾਨੂੰ ਮੰਨਣ ਤੇ ਆ ਗਏ ਤੇ ਉਹਨਾਂ ਨੇ ਚੰਗਾ ਝਾਵਾਂ ਲੈ ਕੇ ਫਿਰ ਤੁਹਾਨੂੰ ਮੰਨਣਾ। ਤੇ ਇਹਦੇ ਨਾਲ ਹੀ ਅਗਲੇ ਮੁੱਦੇ ਵੱਲ ਵੱਧਦੇ ਆ ਸਰ। ਇਹਦੇ ਨਾਲ ਹੀ ਸਾਬਕਾ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੂੰ ਉਹਨਾਂ ਦੇ ਉੱਤੇ ਆਮਦਨ ਨਾਲੋਂ ਵੱਧ ਜਾਇਦਾਦ ਰੱਖਣ ਦਾ ਜਿਹੜਾ ਕੇਸ ਚੱਲ ਰਿਹਾ ਸੀਗਾ, ਉਹਦੇ ਵਿੱਚ ਸਜ਼ਾ ਦਾ ਜਿਹੜਾ ਫੈਸਲਾ ਅਦਾਲਤ ਨੇ ਹਜੇ ਆਪਣੇ ਕੋਲ ਰਾਖਵਾ ਰੱਖ ਲਿਆ। ਕਾਰਨ ਦੱਸਿਆ ਗਿਆ ਉਹਨਾਂ ਦੀ ਉਮਰ 87 ਸਾਲ ਦੀ ਹੈ ਤੇ ਕੁਝ ਮੈਡੀਕਲੀ ਜਿਹੜੀਆਂ ਨੇ ਉਹਨਾਂ ਨੂੰ ਪ੍ਰੋਬਲਮਸ ਨੇ, ਉਹਨੂੰ ਧਿਆਨ ਦੇ ਵਿੱਚ ਰੱਖਦਿਆਂ ਉਹ ਜਿਹੜਾ ਥੋੜੀ ਦੇਰ ਦੇ ਲਈ ਉਹਨਾਂ ਨੇ ਆਪਣੇ ਕੋਲ ਰੱਖ ਲਿਆ ਰਾਖਵਾ। ਪਹਿਲਾਂ ਵੀ ਕਹਿੰਦੇ ਕਈ ਵਾਰੀ ਇਹਨਾਂ ਦੇ ਹੋਰ ਵੀ ਕੇਸ ਚੱਲੇ ਨੇ, ਇਹਨਾਂ ਦੇ ਉੱਤੇ ਬੜੇ ਕੇਸ ਚੱਲੇ ਨੇ। ਭ੍ਰਿਸ਼ਟਾਚਾਰ ਦਾ ਕੇਸ ਇਹਨਾਂ ਤੇ ਚੱਲਿਆ, ਔਰ ਭਰਤੀਆਂ ਦੇ ਇੱਕ ਮਸਲੇ ਦੇ ਵਿੱਚ ਇਹਨਾਂ ਨੂੰ ਕੈਦ ਹੋਈ ਇਹਨਾਂ ਦੀ, ਤੇ ਇਹਨਾਂ ਦੇ ਬੇਟੇ ਨੂੰ ਤੁਹਾਨੂੰ ਪਤਾ ਉਹ ਜੇਲ੍ਹ 'ਚ ਰਹੇ। ਫਿਰ ਇਹ ਜੇਲ੍ਹ 'ਚੋਂ ਆਨੀ ਬਹਾਨੀ ਬਾਹਰ ਨਿਕਲਦੇ ਰਹੇ ਆ ਵੀ ਤਬੀਅਤ ਖਰਾਬ ਹੈ। ਚਲੋ ਅਦਾਲਤ ਨੇ ਇਹਨਾਂ ਵਾਸਤੇ ਮਤਲਬ ਕਹਿ ਲਓ ਹਮਦਰਦੀ ਵਾਲਾ ਅਪਣਾ ਲਿਆ ਤੇ ਇਹਨਾਂ ਨੂੰ, ਤੇ ਆਉਂਦੇ ਸੀ ਬਾਹਰ ਇਹ ਇਲੈਕਸ਼ਨ ਦੇ ਵਿੱਚ ਇਹ ਪ੍ਰਚਾਰ ਕਰਨ ਲੱਗ ਜਾਂਦੇ ਸੀ, ਫਿਰ ਉਹ ਵਾਪਸ ਚੰਗੀ ਹੋ ਜਾਂਦੀ ਸੀ। ਫਿਰ ਉਦੋਂ ਬਾਅਦ ਇਹ ਅਦਾਲਤ ਹੁਕਮ ਕਰਦੀ ਵੀ ਇਹਨਾਂ ਨੂੰ ਅੰਦਰ ਵਾੜੋ ਛੇਤੀ ਜਿੱਥੋਂ ਆਏ ਨੇ ਇਹ, ਠੀਕ, ਫਿਰ ਜੇਲ੍ਹ ਚਲੇ ਜਾਂਦੇ ਸੀ। ਮਤਲਬ ਇਵੇਂ ਦਾ ਸਫ਼ਰ ਰਿਹਾ ਇਹਨਾਂ ਦਾ। ਹੁਣ ਇਹਨਾਂ ਤੇ ਇਹ ਇਲਜ਼ਾਮ ਹੈ ਕਿ ਇਹਨਾਂ ਨੇ ਆਪਣੀ ਜਾਇਦਾਦ ਜਿਹੜੀ ਬਣਾਈ ਹੈ ਉਹਦੇ 'ਚ 6 ਕਰੋੜ ਤੋਂ ਵੱਧ ਜਿਹੜਾ ਪੈਸਾ ਹੈ ਉਹ ਇਹਨਾਂ ਦੇ ਆਮਦਨ ਦੇ ਸਰੋਤਾਂ ਤੋਂ ਵੱਖਰਾ ਹੈ। ਉਹ ਕਿੱਥੋਂ ਆਇਆ? ਲੇਕਿਨ 6 ਕਰੋੜ ਦੀ ਗੱਲ ਤਾਂ ਬਹੁਤ ਛੋਟੀ ਗੱਲ ਹੈ, ਕਿਉਂਕਿ ਇਹ ਦਸਤਾਵੇਜ਼ੀ ਹੋਊਗੀ, ਮਤਲਬ ਨਾ ਬਹੁਤ ਸਾਰੀਆਂ ਚੋਰ ਮੋਰੀਆਂ ਕਾਗਜ਼ੀ ਹੋਊਗੀ ਜਿਹੜੀ ਕਿ ਸਾਹਮਣੇ ਹੈ ਜੀ। ਬਾਕੀ ਇਹਨਾਂ ਦਾ ਖਲਾਰਾ ਐਡਾ ਹੈ ਉਹ ਕਾਗਜ਼ਾਂ 'ਚ ਆਉਣਾ ਹੀ ਨਹੀਂ। ਤਾਂ ਇਹ ਹਾਲ ਰਿਹਾ, ਕਹਿੰਦੇ ਇਹ ਤਾਂ ਮਤਲਬ ਵੱਡੇ ਅਧਿਕਾਰੀਆਂ ਨੂੰ, ਪ੍ਰਸ਼ਾਸਨਿਕ ਪੁਲਿਸ ਅਧਿਕਾਰੀਆਂ ਨੂੰ ਆਪਣੀ ਕੋਠੀ 'ਚ ਬੁਲਾ ਕੇ ਕਈ ਕੁੱਟ ਵੀ ਦਿੰਦੇ ਸੀਗੇ। ਅੱਛਾ ਜੀ। ਮਤਲਬ ਗੁੰਡਾਗਰਦੀ ਦੀ ਇੰਤਹਾ ਕਥਿਤ ਤੌਰ ਤੇ ਇਹ ਰਹੀ ਹੈ। ਸਿਆਸਤ ਦੇ ਵਿੱਚ ਇਮਾਨਦਾਰੀ ਦਾ ਕੋਈ ਮਤਲਬ ਨਹੀਂ। ਉਹ ਭਾਵੇਂ ਪ੍ਰਕਾਸ਼ ਸਿੰਘ ਬਾਦਲ ਹੋਵੇ, ਉਹ ਭਾਵੇਂ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਕੋਈ ਹੋਰ ਹੋਵੇ, ਜਾਂ ਮੌਜੂਦਾ ਸਿਆਸੀ ਲੋਕ ਹੋਣ, ਠੀਕ ਹੈ। ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਇਸ ਗੱਲ ਦੀਆਂ ਜ਼ਾਮਨ ਨੇ ਕਿ ਸਿਆਸਤ ਦੇ ਵਿੱਚ ਮੁੱਖ ਮਕਸਦ, ਤੁਹਾਡਾ ਮੁੱਖ ਉਦੇਸ਼ ਇਹੀ ਹੁੰਦਾ ਕਿ ਆਪਣੀਆਂ ਪੁਸ਼ਤਾਂ ਦੀਆਂ ਰੋਟੀਆਂ ਸੇਕਣੀਆਂ ਕਿਵੇਂ ਆ। ਬਿਲਕੁਲ ਜੀ, ਬਿਲਕੁਲ। ਤਾਂ ਚੌਟਾਲਾ ਸਾਹਿਬ, ਇਹਨਾਂ ਨੇ ਲੰਮੇ ਸਮੇਂ ਤੱਕ ਇਹਨਾਂ ਦੇ ਕੋਲੇ ਸੱਤਾ ਰਹੀ ਹੈ ਔਰ ਇਹਨਾਂ ਨੇ ਦੱਬ ਕੇ ਕਮਾਈ ਕੀਤੀ। ਇੰਨਾ ਕੁ ਤਾਂ ਅਦਾਲਤ ਨੂੰ ਪਤਾ ਲੱਗ ਗਿਆ ਵੀ ਠੀਕ ਹੈ, ਆਹ ਇੰਨੀ ਜਾਇਦਾਦ ਜਿਹੜੀ ਹੈ ਇਹ ਆਮਦਨ ਦੇ ਸਰੋਤਾਂ ਤੋਂ ਵੱਖਰੀ ਹੈ। ਪਰ ਬਾਕੀ ਤੁਹਾਨੂੰ ਪਤਾ ਨਹੀਂਗਾ ਵੀ ਇਹਨਾਂ ਕੋਲੇ ਕਿੰਨੀ ਜਾਇਦਾਦ, ਬੇਨਾਮੀਆਂ ਜਾਇਦਾਦਾਂ। ਪਰ ਤੁਸੀਂ ਇਹ ਵੀ ਤਾਂ ਦੇਖੋ ਸਰ, ਸਾਰੀ ਉਮਰ ਜੇਕਰ ਰਾਜ ਕੀਤਾ ਤੇ ਐਂਡ ਵਿੱਚ ਜਿਹੜੀ ਉਮਰ 87 ਸਾਲ ਦੱਸੀ ਜਾ ਰਹੀ ਹੈ, ਇਸ ਉਮਰ ਦੇ ਵਿੱਚ ਕਿੰਨੀ ਖੇਸਵਾ ਆਪਣੇ ਸਿਰੇ ਪਵਾਉਂਦੇ ਪਏ ਨੇ। ਉਹ ਤਾਂ ਇਹਨਾਂ ਨੂੰ ਚੰਗੀ ਲੱਗਦੀ ਹੈ, ਉਹ ਬਹੁਤ ਚੰਗੀ ਲੱਗਦੀ ਹੈ। ਉਹ ਇਸ ਕਰਕੇ ਲੱਗਦੀ ਹੈ ਵੀ ਇਹਨੂੰ ਵੀ ਇਹ ਮਤਲਬ ਇਹ ਬਹੁਤ ਵੱਡੀ ਕੁਰਬਾਨੀ ਸਮਝ ਲੈਂਦੇ ਆ, ਔਰ ਇਹ ਵਿਚਾਰਨਗੇ ਬਾਹਰ ਆ ਕੇ ਕਿ ਦੇਖੋ ਜੀ ਅਸੀਂ ਮਤਲਬ ਹਰਿਆਣੇ ਦਾ ਭਲਾ ਕੀਤਾ ਔਰ ਸਾਡੇ ਤੇ ਮਤਲਬ ਇਹ ਗਲਤ ਇਲਜ਼ਾਮ ਲਗਾਏ ਗਏ, ਸਿਆਸੀ ਬਦਲਾਖੋਰੀ ਕਹਿ ਦਿੰਦੇ ਆ। ਠੀਕ ਹੈ, ਇਹ ਇੱਕ ਸ਼ਬਦ ਸਿੱਖਿਆ ਹੋਇਆ ਇਹਨਾਂ ਨੇ। ਬਾਦਲ ਤੇ ਸੁਖਬੀਰ ਬਾਦਲ ਹੋਰਾਂ ਨੂੰ ਜਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਰਾਜਕਾਲ ਦੌਰਾਨ ਲੈਂਦੀ ਸੱਟੇ ਆਮਦਨ ਤੋਂ ਵੱਧ ਸਰੋਤਾਂ ਦੀ ਜਾਇਦਾਦ ਬਣਾਉਣ ਦੇ ਉਸ 'ਚ ਅੰਦਰ ਕੀਤਾ ਜੇਲ੍ਹ 'ਚ, ਤਾਂ ਬਾਹਰ ਜਦੋਂ ਆਏ ਨਾ ਉਹ ਤੇ ਅੰਮ੍ਰਿਤਸਰ ਬਹੁਤ ਵੱਡੇ ਜਲੂਸ ਦੀ ਸ਼ਕਲ 'ਚ ਗਏ। ਅੱਛਾ। ਬੋਲ ਹਾਂ, ਹੱਥ ਜੋੜ ਕੇ ਜਿਵੇਂ ਮਤਲਬ ਪਤਾ ਨਹੀਂ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਏ ਹੁੰਦੇ ਆ ਦੇਸ਼ ਵਾਸਤੇ, ਹਨਾ, ਬਹੁਤ ਵੱਡੇ ਵਤਨ ਪ੍ਰਸਤ। ਹੁਣ ਇੱਥੇ ਲੋਕ ਜਿਹੜੇ ਨੇ ਕਿਉਂਕਿ ਜ਼ਿਆਦਾਤਰ ਬਾਉਂਗੇ ਨੇ, ਉਹ ਮਗਰ ਲੱਗ ਲੈਂਦੇ ਨੇ, ਜਿੰਦਾਬਾਦ, ਬੋਲੇ ਸੋਨੇ ਹਾਲ, ਸਤਿ ਸ੍ਰੀ ਅਕਾਲ। ਔਰ ਉਸ ਤੋਂ ਬਾਅਦ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਬਣੀ ਹੋਈ, ਇਹ ਸਰਕਾਰ ਬਣਾ ਕੇ ਬਹਿ ਗਏ ਔਰ ਲਗਾਤਾਰ 10 ਸਾਲ ਰਾਜ ਕੀਤਾ। ਇੱਥੇ ਮਤਲਬ ਗੱਲ ਇਹ ਹੈ ਕਿ ਸ਼ਾਤਰ ਬੰਦੇ ਕਾਮਯਾਬ ਨੇ। ਔਰ ਬਾਦਲ ਸਾਹਿਬ ਤੋਂ ਵੱਡਾ ਤਾਂ ਕੋਈ
ਮਤਲਬ ਸਿਆਸੀ ਔਰ ਤੌਰ ਤੇ ਇਹ ਹੈ ਕਿ ਸ਼ਾਤਰ ਜਦੋਂ ਬੰਦਾ ਹੈ। ਜੇਲ੍ਹ ਕੱਟ ਕੇ ਆਉਂਦੇ ਨੇ ਉਸ ਤੋਂ ਬਾਅਦ ਜਦੋਂ ਬਾਹਰ ਆਉਂਦੇ ਨੇ ਤੇ ਇਲੈਕਸ਼ਨਾਂ ਦੇ ਵਿੱਚ ਜਿੱਤ ਜਾਂਦੇ ਨੇ। ਹਾਂ ਵਿੱਚ ਹਰ ਮਾੜਾ ਕੰਮ ਕਰਨ ਵਾਲਾ ਜਿਹੜਾ ਉਹ ਚੌਧਰੀ ਹੁੰਦਾ। ਜੀ ਬਿਲਕੁਲ। ਇਹਦੇ ਨਾਲ ਹੀ ਅਗਲੇ ਮੁੱਦੇ ਦੀ ਗੱਲ ਕਰਦੇ ਹਾਂ, ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਜੁੜਿਆ ਹੋਇਆ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਬਿਆਨ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਹੜਾ ਕਿਹਾ ਸੀਗਾ ਕਿ ਹਰੇਕ ਸਿੱਖ ਨੂੰ ਲਾਇਸੈਂਸੀ ਹਥਿਆਰ ਰੱਖਣੇ ਚਾਹੀਦੇ ਨੇ। ਇਹ ਬਿਆਨ ਜਿਹੜਾ ਹਰਪ੍ਰੀਤ ਸਿੰਘ ਨੇ ਦਿੱਤਾ ਸੀ, ਕਹਿੰਦੇ ਬਿਲਕੁਲ ਵਾਜਬ ਹੈ, ਬਿਲਕੁਲ ਸਹੀ ਹੈ ਔਰ ਇਸ ਬਿਆਨ ਦੇ ਉੱਤੇ ਕੰਮ ਵੀ ਛੇਤੀ ਤੋਂ ਛੇਤੀ ਹੋਣਾ ਚਾਹੀਦਾ। ਸ਼ੀਤਲ, ਜੇ ਸਿੱਖ ਇਤਿਹਾਸ ਨੂੰ ਵਾਚੀਏ ਜਾਂ ਸਿੱਖ ਗੁਰੂ ਸਾਹਿਬਾਨ ਦੇ ਜੋ ਹੁਕਮਨਾਮੇ ਨੇ ਜੇ ਉਹਨਾਂ ਤੇ ਆਪਾਂ ਅਮਲ ਕਰੀਏ ਤਾਂ ਸਿੱਖਾਂ ਵਾਸਤੇ ਹਥਿਆਰ ਰੱਖਣੇ ਜਾਇਜ਼ ਹੈ। ਠੀਕ, ਲਾਇਸੈਂਸੀ ਹਥਿਆਰ ਕੁਦਰਤੀ ਹੈ, ਤੁਹਾਨੂੰ ਲਾਇਸੈਂਸ ਲੈਣਾ ਪਏਗਾ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਫਰਮਾਨ ਹੈ, ਅਸ ਕਿਰਪਾਨ ਖੜਗ ਖੰਡੋ ਤਬਕ ਤਬਰ ਔਰ ਤੀਰ ਸੈਫ ਸਰੋਹੀ ਸਹਿਤ ਹੀ ਯਹ ਹਮਾਰੇ ਪੀਰ। ਠੀਕ, ਫਿਰ ਇੱਕ ਥਾਂ ਤੇ ਉਹਨਾਂ ਨੇ ਹੋਰ ਕਿਹਾ ਕਿ ਸ਼ਸਤਰਨ ਕੇ ਅਧੀਨ ਹੈ ਰਾਜ। ਰਾਜ ਜਿਹੜਾ ਹੈ ਉਹ ਸ਼ਸਤਰਾਂ ਦੇ ਅਧੀਨ ਹੁੰਦਾ ਹੈ, ਯਾਨੀ ਸ਼ਸਤਰਾਂ ਤੋਂ ਬਗੈਰ ਰਾਜ ਨੂੰ ਕਾਇਮ ਨਹੀਂ ਰੱਖਿਆ ਜਾ ਸਕਦਾ। ਔਰ ਰਾਜ ਹਾਸਲ ਕਰਨ ਵਾਸਤੇ ਵੀ ਸ਼ਸਤਰ ਹੀ ਉਪਯੋਗੀ ਨੇ। ਕੋ ਕਿਸੇ ਕੋ ਰਾਜ ਨ ਦੇ ਹੈ ਜੋ ਲੈ ਹੈ ਨਿਜ ਬਲ ਸਿਓ ਲੈ ਜੀ। ਬਲ ਪ੍ਰਯੋਗ ਕਰਨਾ ਪਏਗਾ ਤੇ ਬਲ ਸਿਰਫ ਹੱਥਾਂ ਦਾ ਪ੍ਰਯੋਗ ਨਹੀਂ ਕਰਨਾ ਪੈਂਦਾ, ਸ਼ਸਤਰ ਚੱਕਣਾ ਪੈਂਦਾ ਜੀ। ਔਰ ਜ਼ਫਰਨਾਮੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ, ਚੁੰਕਾਰ ਅਜ਼ਹਮਾ ਹੀਲ ਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ। ਇਹਦਾ ਮਤਲਬ ਇਹ ਹੈ ਕਿ ਜਦ ਬਦੀ ਦੇ ਪਸਾਰੇ ਨੂੰ ਖਤਮ ਕਰਨ ਦੇ ਸਾਰੇ ਹੀਲੇ ਚਾਰੇ ਨਾਕਾਮਯਾਬ ਹੋ ਜਾਣ ਉਦੋਂ ਹੱਥ ਵਿੱਚ ਤਲਵਾਰ ਲੈਣੀ ਜਾਇਜ਼ ਹੈ ਜੀ। ਤੋਂ ਉਸ ਹਿਸਾਬ ਨਾਲ ਜਿਵੇਂ ਕਈ ਕੱਟੜ ਹਿੰਦੂ ਜਥੇਬੰਦੀਆਂ ਵੱਲੋਂ ਇਹ ਉਹਨਾਂ ਦੇ ਆਗੂਆਂ ਵੱਲੋਂ ਇਹ ਫਰਮਾਨ ਜਾਰੀ ਕੀਤਾ ਗਿਆ ਕਿ ਹਰ ਇੱਕ ਵਿਅਕਤੀ ਜਿਹੜਾ ਉਹ ਹਥਿਆਰਬੰਦ ਹੋਵੇ। ਠੀਕ, ਉੱਥੇ ਲਾਇਸੈਂਸੀ ਹਥਿਆਰ ਦਾ ਜ਼ਿਕਰ ਨਹੀਂ ਕੀਤਾ ਗਿਆ। ਇੱਥੇ ਤਾਂ ਜਥੇਦਾਰ ਸਾਹਿਬ ਨੇ ਇਹ ਕਿਹਾ ਕਿ ਲਾਇਸੈਂਸੀ ਹਥਿਆਰ ਹੋਣਾ ਚਾਹੀਦਾ। ਲੇਕਿਨ ਲਾਇਸੈਂਸੀ ਹਥਿਆਰ ਲੈਣਾ ਵੀ ਬੜਾ ਮੁਸ਼ਕਿਲ ਹੈ ਜੀ। ਔਰ ਫਿਰ ਉਹਦੇ 'ਚ ਇੱਕ ਟੈਰੀਟਰੀ ਨਿਰਧਾਰਿਤ ਕਰ ਦਿੱਤੀ ਜਾਂਦੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਹੋ ਸਕਦਾ ਹੈ ਕਿ ਤੁਹਾਨੂੰ ਇੱਕ ਡਿਸਟ੍ਰਿਕਟ ਤੱਕ ਹੀ ਮਤਲਬ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਵੇ, ਬਹੁਤਾ ਇੱਕ ਸੂਬੇ ਤੱਕ, ਪੰਜਾਬ ਤੱਕ। ਔਰ ਉਸ ਤੋਂ ਬਾਅਦ ਕੀ ਕਰੋਗੇ? ਫਿਰ ਸੋਟੀਆਂ ਲੈ ਕੇ ਜਾਓਗੇ, ਬਿਲਕੁਲ ਡੰਡੇ ਲੈ ਕੇ ਜਾਓਗੇ। ਠੀਕ, ਇਹ ਯੁੱਗ ਜਿਹੜਾ ਹੈ ਬਾਰੂਦੀ ਹਥਿਆਰਾਂ ਦਾ ਯੁੱਗ ਹੈ। ਇੱਥੋਂ ਤੱਕ ਕਿ ਤੁਸੀਂ ਯੂਕਰੇਨ ਜੰਗ 'ਚ ਅੰਦਾਜ਼ਾ ਲਾ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਬੰਬ ਨੇ, ਜਿਹੜੇ ਨਾਪਾਮ ਬੰਬ ਹੈ ਔਰ ਹੋਰ ਐਟਮੀ ਬੰਬ ਨੇ ਔਰ ਕੀਮਿਆਈ ਬੰਬ ਨੇ, ਕੈਮੀਕਲ ਬੰਬ ਨੇ, ਬੜਾ ਕੁਛ ਹੈ। ਤੁਸੀਂ ਕਿਰਪਾਨਾਂ ਨਾਲ, ਸ਼ਮਸ਼ੀਰ ਨਾਲ ਸਵੈ ਰੱਖਿਆ ਸੀਮਤ ਕਰ ਸਕਦੇ ਹੋ, ਸੀਮਤ ਹੱਦ ਤੱਕ ਕਰ ਸਕਦੇ ਹੋ। ਉਹ ਤਾਂ ਜੇ ਅੱਗੇ ਕਿਸੇ ਕੋਲੇ ਬਾਰੂਦੀ ਹਥਿਆਰ ਨਹੀਂ। ਬਿਲਕੁਲ ਠੀਕ ਹੈ। ਜੇ ਅੱਗੇ ਡਾਂਗ ਵਾਲਾ ਤੁਹਾਡੇ ਕੋਲੇ ਕਿਰਪਾਨ ਠੀਕ ਹੈ, ਤਲਵਾਰ ਹੈ, ਰਾਈਟ। ਜੇ ਤੁਹਾਨੂੰ ਕੋਈ ਹਜੂਮ ਪੈ ਗਿਆ ਡੰਡੇ ਲੈ ਕੇ ਤਾਂ ਤੁਹਾਡੇ ਕੋਲ ਸ਼ਮਸ਼ੀਰ ਹੈ, ਪਰ ਤੁਹਾਨੂੰ ਉਹ ਚਲਾਉਣੀ ਆਉਂਦੀ ਹੋਣੀ ਚਾਹੀਦੀ। ਇਹ ਨਾ ਹੋਵੇ ਵੀ ਆਪ ਦਾ ਹੀ ਸਿਰ ਵੱਢ ਲਓ। ਠੀਕ ਹੈ। ਹੁਣ ਜਥੇਦਾਰ ਸਾਹਿਬ ਨੇ ਬਹੁਤ ਸਾਰੀਆਂ ਐਸੀਆਂ ਗੱਲਾਂ ਕਹੀਆਂ ਨੇ ਕਿ ਦੇਖੋ ਗੱਤਕਾ ਵੀ ਆਉਣਾ ਚਾਹੀਦਾ ਹੈ ਸਿੱਖਾਂ ਨੂੰ, ਤਲਵਾਰਬਾਜ਼ੀ ਵੀ ਨਿਪੁੰਨਤਾ ਹੋਣੀ ਚਾਹੀਦੀ ਹੈ, ਨੇਜ਼ਾਬਾਜ਼ੀ 'ਚ ਵੀ ਹੋਣੀ ਚਾਹੀਦੀ ਹੈ, ਔਰ ਫਿਰ ਘੋੜਸਵਾਰੀ ਆਉਣੀ ਚਾਹੀਦੀ ਹੈ। ਲੇਕਿਨ ਇਹ ਸਾਰੀਆਂ ਕਲਾਵਾਂ ਐਸੀਆਂ ਨੇ ਜਿਹੜੀਆਂ ਬੜੀਆਂ ਦੁਰਗਮ ਨੇ। ਨੇਜ਼ਾਬਾਜ਼ੀ ਕਰਨ ਵਾਸਤੇ ਤੁਹਾਨੂੰ ਮਤਲਬ ਪ੍ਰੈਕਟਿਸ ਚਾਹੀਦੀ ਹੈ ਔਰ ਉਹ ਪ੍ਰੈਕਟਿਸ ਦੇਣ ਵਾਲੇ ਨੇਜ਼ਾਬਾਜ਼ੀ 'ਚ ਨਿਪੁੰਨ ਹੋਣੇ ਚਾਹੀਦੇ ਨੇ। ਹੁਣ ਜੇ ਮੈਂ ਕਹੀ ਜਾਵਾਂ ਤੁਸੀਂ ਤਲਵਾਰ ਚਲਾਓ, ਤਲਵਾਰ ਆਉਣੀ ਚਾਹੀਦੀ ਹੈ, ਤੇ ਮੈਨੂੰ ਆਪ ਨੂੰ ਤਾਂ ਆਉਂਦੀ ਨਹੀਂ। ਜਥੇਦਾਰ ਜੀ ਨੂੰ ਆਪ ਨਹੀਂ ਆਉਂਦੀ, ਜਥੇਦਾਰ ਜੀ ਨੇਜ਼ਾਬਾਜ਼ੀ ਵੀ ਨਹੀਂ ਕਰ ਸਕਦੇ। ਔਰ ਮੈਂ ਦਾਅਵੇ ਨਾਲ ਕਹਿ ਸਕਦਾ ਘੋੜੇ ਤੇ ਚੜ੍ਹ ਨਹੀਂ ਸਕਦੇ, ਤਾਂ ਉਹਦੇ ਡਿੱਗ ਪੈਣਗੇ ਘੋੜਾ ਮਾਰੂ ਚਲਾ ਕੇ। ਠੀਕ ਜੀ। ਔਰ ਫਿਰ ਹੋਰ ਗੱਲ ਹੈਗੀ ਹੈ ਕਿ ਜਿਹੜੀਆਂ ਗੱਲਾਂ ਦੇ ਤੁਸੀਂ ਉਪਦੇਸ਼ ਦੇ ਰਹੇ ਹੋ, ਜੇ ਤੁਸੀਂ ਆਪ ਖੁਦ ਪਰਪੱਕ ਹੋ ਤਾਂ ਕਹਿਣਾ ਬਣਦਾ। ਔਰ ਇਹ ਥੋੜ੍ਹੀ ਹੈ ਕਿ ਤੁਸੀਂ ਹਰ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਨੂੰ ਜੋ ਮਰਜ਼ੀ ਕਹੀ ਜਾਓ। ਹਥਿਆਰ ਹੋਣਾ ਚਾਹੀਦਾ, ਕੋਈ ਇਸ 'ਚ ਬੁਰਾਈ ਨਹੀਂ ਜੀ। ਪਰ ਲਾਇਸੈਂਸੀ ਹਥਿਆਰ ਤੁਹਾਨੂੰ ਜਦ ਸੀਮਤ ਟੈਰੀਟਰੀ ਵਾਸਤੇ ਰੱਖਣਾ ਪਏਗਾ ਤੇ ਪੰਜਾਬ ਤੋਂ ਬਾਹਰ ਤੁਸੀਂ ਲਿਜਾ ਨਹੀਂ ਸਕਦੇ। ਔਰ ਉਹ ਪ੍ਰਕਿਰਿਆ ਵੀ ਬੜੀ ਔਖੀ ਹੈ। ਹਰ ਬੰਦਾ ਹਥਿਆਰ ਨਹੀਂ ਲੈ ਸਕਦਾ ਕਿ ਵੀ ਮਤਲਬ ਤੁਸੀਂ ਅਪਲਾਈ ਕਰ ਦਿਓ ਤੁਹਾਨੂੰ ਹਥਿਆਰ ਮਿਲ ਜਾਏਗਾ। ਉਹ ਪਹਿਲਾਂ ਇਹ ਆਂਕਦੇ ਨੇ ਕਿ ਤੁਹਾਨੂੰ ਹਥਿਆਰ ਦੀ ਜ਼ਰੂਰਤ ਕਿਉਂ ਹੈ। ਔਰ ਦੂਸਰੀ ਗੱਲ, ਤੁਹਾਡਾ ਪਿਛੋਕੜ ਕਿਸ ਤਰ੍ਹਾਂ ਦਾ ਹੈ। ਜੇ ਤੁਹਾਡੇ ਖਿਲਾਫ ਕਦੇ ਇੱਕ ਵੀ ਕਿਸੇ ਥਾਣੇ 'ਚ ਸ਼ਿਕਾਇਤ ਹੈ ਤਾਂ ਤੁਹਾਨੂੰ ਨਹੀਂ ਮਿਲੇਗਾ ਜੀ। ਫਿਰ ਉਹਦੇ ਵਾਸਤੇ ਤੁਸੀਂ ਪੂਰੀ ਤਰ੍ਹਾਂ ਸਿਹਤਯਾਬ ਹੋਣੇ ਚਾਹੀਦੇ ਹੋ। ਜੀ ਠੀਕ ਹੈ। ਤੁਹਾਨੂੰ ਬਹੁਤ ਸਾਰੇ ਉਹਦੇ ਵਿੱਚ ਟਰਮਸ ਐਂਡ ਕੰਡੀਸ਼ਨਸ ਨੇ ਜਿਨ੍ਹਾਂ ਨੂੰ ਤੁਸੀਂ ਪਾਸ ਕਰ ਸਕਦੇ ਹੋ। ਗੱਲ ਕਹਿ ਦੇਣੀ ਤੁਸੀਂ ਜਾਂ ਤਾਂ ਕੋਈ ਐਸੀ ਵਿਵਸਥਾ ਕਰੋ ਕਿ ਸਿੱਖਾਂ ਨੂੰ ਲਾਇਸੈਂਸ ਦੀ ਲੋੜ ਨਾ ਪਵੇ। ਜੀ ਬਿਲਕੁਲ। ਹਨਾ ਕਿ ਜਿਹੜੇ ਸਿੱਖ ਨੇ ਉਹਨਾਂ ਵਾਸਤੇ ਕੋਈ ਐਸੀ ਤੁਸੀਂ ਜਦੋਜਹਿਦ ਕਰੋ, ਕੋਈ ਧਰਮ ਮੋਰਚਾ ਲਾਓ
ਜੀ ਵੀ ਜਿਹਦੇ 'ਚ ਸਿੱਖਾਂ ਨੂੰ ਛੋਟ ਮਿਲ ਜੇ, ਕਿਉਂਕਿ ਬਾਕੀ ਜਥੇਬੰਦੀਆਂ ਨੇ ਜਿਹੜੀਆਂ ਉਹ ਮਤਲਬ ਇਹ ਕਹਿ ਰਹੀਆਂ ਕਿ ਤੁਸੀਂ ਹਥਿਆਰਬੰਦ ਹੋ ਜਾਓ, ਪਰ ਉਹ ਇਹ ਨਹੀਂ ਕਹਿੰਦੀਆਂ, ਉਹ ਕਹਿੰਦੀਆਂ ਹਥਿਆਰਬੰਦ ਹੋ ਜਾਓ ਜਿਵੇਂ ਮਰਜ਼ੀ ਹੋ ਜਾਓ, ਭਾਵੇਂ 2 ਨੰਬਰ 'ਚ ਲੈ ਆਓ, ਭਾਵੇਂ ਉੱਥੋਂ ਕੱਟੇ ਫੜ ਲਿਓ, ਯੂਪੀ 'ਚੋਂ ਬਿਹਾਰ 'ਚੋਂ ਲੈ ਆਓ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂ ਰੱਖਣ, ਇਹੋ ਜਿਹੇ ਕਿਹੜੇ ਹਾਲਾਤ ਨੇ ਪੰਜਾਬ ਦੇ? ਦੇਖੋ, ਜੇ ਇਹਨੂੰ ਬਾਰੀਕੀ ਨਾਲ ਵੇਖਿਆ ਜਾਵੇ, ਤੁਸੀਂ ਵੇਖਿਆ ਕਿ ਧਰਮ ਸੰਸਥਾਵਾਂ ਜਿਹੜੀਆਂ ਪਿੱਛੇ ਜੇ ਹੋਈਆਂ, ਜਿਹਦੇ ਉੱਤੇ ਸੁਪਰੀਮ ਕੋਰਟ ਨੇ ਤੇ ਹੋਰ ਅਦਾਲਤਾਂ ਨੇ ਵੀ ਨੋਟਿਸ ਲਿਆ ਕਿ ਜਿਹੜਾ ਨਫ਼ਰਤੀ ਪ੍ਰਚਾਰ ਹੋ ਰਿਹਾ ਬੰਦ ਹੋਣਾ ਚਾਹੀਦਾ, ਕਿਉਂਕਿ ਫਿਰਕਿਆਂ ਦੇ ਦਰਮਿਆਨ ਜਦੋਂ ਨਫ਼ਰਤ ਦੇ ਬੀਜ ਬੀਜੋਗੇ ਤੁਸੀਂ ਤਾਂ ਹਿੰਸਾ ਦਾ ਰੂਪ ਅਖਤਿਆਰ ਕਰਨਗੇ ਉਹ। ਤਾਂ ਜਦੋਂ ਬਾਕੀ ਜਥੇਬੰਦੀਆਂ ਕਹਿੰਦੀਆਂ ਕਿ ਹਥਿਆਰ ਰੱਖੋ, ਔਰ ਉਹ ਹਥਿਆਰ ਰੱਖੇ ਹੋਏ ਨੇ, ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਇੱਕ ਜਗ੍ਹਾ ਦੇ ਉੱਪਰ ਇੱਕ ਹਥਿਆਰਾਂ ਦੀ ਪੂਜਾ ਕਰਦੇ ਨੇ, ਉਹ ਇੱਕ ਵੀਡੀਓ ਹੈ। ਔਰ ਜਿਹੜੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਲੋਕ ਨੇ ਉਹ ਵੀ ਹਥਿਆਰਾਂ ਦੀ ਇਸ ਤਰ੍ਹਾਂ ਪੂਜਾ ਕਰਦੇ ਨੇ, ਸਿੱਖ ਵੀ ਹਥਿਆਰਾਂ ਦੀ ਪੂਜਾ ਕਰਦੇ ਨੇ, ਪੂਜਾ ਜਾਂਦਾ ਹਥਿਆਰਾਂ ਨਾਲ। ਇਸ 'ਚ ਕੋਈ ਬੁਰਾਈ ਨਹੀਂ ਜੇ ਤੁਸੀਂ ਹਥਿਆਰਾਂ ਦਾ ਸਤਿਕਾਰ ਕਰਦੇ ਹੋ। ਪਰ ਜਦੋਂ ਤੁਸੀਂ ਕੋਈ ਵੀ ਜਥੇਬੰਦੀ ਇਹ ਫਰਮਾਨ ਜਾਰੀ ਕਰਦੀ ਹੈ ਕਿ ਤੁਸੀਂ ਹਥਿਆਰ ਰੱਖੋ, ਤਾਂ ਕੁਦਰਤੀ ਹੈ ਫਿਰ ਦੂਸਰੇ ਵੀ ਫਿਰਕੇ ਵਾਲੇ ਕਹਿਣਗੇ ਨਾ ਕਿ ਅਸੀਂ ਕਿਉਂ ਨਾ ਰੱਖੀਏ, ਅਸੀਂ ਕਿਉਂ ਨਾ ਰੱਖੀਏ। ਜੀ ਬਿਲਕੁਲ, ਵਾਧੂ ਐਵੇਂ ਡਰਦੇ ਰਹੀਏ। ਜੀ ਜੀ ਜੀ, ਜੇ ਉਹਨੇ ਪਿਸਤੌਲ ਰੱਖਿਆ ਤਾਂ ਮੈਂ ਕਿਉਂ ਨਾ ਰੱਖਾਂ। ਬਿਲਕੁਲ, ਜਦੋਂ ਇੱਕ ਫਿਰਕਾ ਰੱਖੇਗਾ ਤੇ ਦੂਸਰੇ ਵੀ ਉਹਦੀ ਮੰਗ ਕਰਨਗੇ। ਮੈਨੂੰ ਲੱਗਦਾ ਜਥੇਦਾਰ ਦਾ ਬਿਆਨ ਉਸ ਸੰਦਰਭ 'ਚ ਦਿੱਤਾ ਗਿਆ। ਖਤਰਾ ਕਿਸ ਤੋਂ ਹੈ? ਉਹਨਾਂ ਲੋਕਾਂ ਤੋਂ ਜਿਹੜੇ ਹਥਿਆਰ ਰੱਖਣ ਦੀ ਵਕਾਲਤ ਕਰਦੇ ਆ ਔਰ ਉਹ ਸਿੱਖ ਭਾਈਚਾਰੇ ਨਾਲ ਤਾਲੁਕ ਨਹੀਂ ਰੱਖਦੇ, ਉਹ ਦੂਜੇ ਫਿਰਕਿਆਂ ਦੇ ਲੋਕ ਨੇ। ਸੋ ਉਸ ਹਿਸਾਬ ਨਾਲ ਠੀਕ ਹੈ। ਪਰ ਗੱਲ ਇਹ ਹੈਗੀ ਹੈ ਕਿ ਇਸ ਤਰ੍ਹਾਂ ਦੇ ਜਦੋਂ ਹਾਲਾਤ ਪੈਦਾ ਹੁੰਦੇ ਆ ਸਮਾਜ ਦੇ ਵਿੱਚ, ਤਾਂ ਉਦੋਂ ਨਾ ਦੀਵਾਰਾਂ ਖੜੀਆਂ ਹੋਣ ਲੱਗ ਜਾਂਦੀਆਂ ਨੇ। ਜੀ ਜੀ, ਤੇ ਜੋ ਸਾਡੇ ਮੁਲਕ ਦੀ ਤਰੱਕੀ ਤੇ ਵਿਕਾਸ ਲਈ ਚੰਗੀਆਂ ਨਹੀਂ ਹੈ। ਬਿਲਕੁਲ, ਇਹਦੇ ਨਾਲ ਹੀ ਅਗਲੀ ਮੁੱਦੇ ਦੀ ਗੱਲ ਕਰਦੇ ਹਾਂ। ਗੱਲ ਕੁਝ ਇਹਦੇ ਨਾਲ ਹੀ ਜੁੜੀ ਹੋਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਮੋਸ਼ੀਜਨਕ ਹਾਰ ਹੋਈ ਸੀ ਔਰ ਇਸ ਹਾਰ ਦੇ ਉੱਤੇ ਚਰਚਾ ਕਰਨ ਦੇ ਲਈ ਇੱਕ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਦੇ ਵੱਲੋਂ ਜਦੋਂ ਰਿਪੋਰਟ ਪੇਸ਼ ਕਰਨ ਦੀ ਗੱਲ ਆਈ, ਕਹਿੰਦੇ ਰਿਪੋਰਟ ਬਣਾਉਣ ਦੇ ਲਈ ਬੜੀ ਚਰਚਾ ਛਿੜ ਗਈ, ਕਿਉਂਕਿ ਆਪਸ ਦੇ ਵਿੱਚ ਸਾਰੇ ਇਹ ਜਿਹੜੇ ਨੇ ਬਹਿਸਬਾਜ਼ੀ ਦੇ ਵਿੱਚ ਪੈ ਗਏ। ਇਹਦੇ ਵਿੱਚ ਜੋ ਖਬਰ ਸਾਨੂੰ ਮਿਲੀ ਹੈ, ਕਹਿੰਦੇ ਕਿ ਜਿਹੜੀ ਅੰਤਮ ਰਿਪੋਰਟ ਤਿਆਰ ਕਰਨੀ ਸੀ ਉਹਦੇ ਵਿੱਚ ਕੁਝ ਮੈਂਬਰ ਤਾਂ ਕਹਿੰਦੇ ਸਨ ਕਿ ਪਿੰਡ ਪੱਧਰ ਤੋਂ ਹਾਸਲ ਕੀਤੇ ਗਏ ਤੱਥਾਂ ਦੇ ਆਧਾਰ ਦੇ ਉੱਤੇ ਰਿਪੋਰਟ ਪੇਸ਼ ਕੀਤੀ ਜਾਵੇ, ਤੇ ਦੂਜੇ ਕੁਝ ਮੈਂਬਰ ਕਹਿੰਦੇ ਸਨ ਕਿ ਵਿਵਾਦਿਤ ਮੁੱਦਿਆਂ ਨੂੰ ਰਿਪੋਰਟ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਸੋ ਖਬਰ ਜੋ ਸਾਨੂੰ ਮਿਲੀ ਸਾਡੇ ਸੂਤਰਾਂ ਤੋਂ, ਇਹ ਕਹਿੰਦੇ ਨੇ ਕਿ ਰਿਪੋਰਟ ਤਿਆਰ ਕਰਨ ਦੇ ਲਈ ਇਹਨਾਂ ਦੇ ਕਮੇਟੀ ਦੇ ਮੈਂਬਰਾਂ ਦੇ ਆਪਸ ਦੇ ਵਿੱਚ ਮਤਭੇਦ ਬਣੇ ਹੋਏ ਨੇ। ਦੇਖੋ, ਜਿਹੜੀ ਸਾਡੀ ਸਿੱਖ ਪੋਲਿਟਿਕਸ ਹੈ, ਸਿੱਖ ਰਾਜਨੀਤੀ ਹੈ, ਇਹਦਾ ਜਿਹੜਾ ਧੁਰਾ ਹੈ ਉਹ ਧਾਰਮਿਕ ਸੰਸਥਾਵਾਂ ਨੇ, ਸਾਡੀਆਂ ਇਬਾਦਤਗਾਹਾਂ ਨੇ। ਤੇ ਸਭ ਤੋਂ ਵੱਡੀ ਜਿਹੜੀ ਸਾਡੀ ਧਾਰਮਿਕ ਸੰਸਥਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ। ਜਿਹੜੀ ਸਾਰੀ ਸਿਆਸਤ ਹੈ ਉਹ ਇਹਦੀ ਪਰਿਕਰਮਾ ਕਰਦੀ ਹੈ। ਤੁਸੀਂ ਵੈਸੇ ਵੀ ਦੇਖਿਆ ਹੋਣਾ ਕਿ ਸਿਆਸਤ 'ਚ ਉਹੀ ਲੋਕ ਜ਼ਿਆਦਾ ਕਾਮਯਾਬ ਹੁੰਦੇ ਨੇ ਜਿਨ੍ਹਾਂ ਦੀਆਂ ਜੇਬਾਂ ਭਰੀਆਂ ਹੁੰਦੀਆਂ ਨੇ। ਉਹ ਸਿਆਸੀ ਸਮੂਹ ਜਿਹੜਾ ਅਮੀਰ ਹੈ ਉਹ ਵੱਧ ਕਾਮਯਾਬ ਹੁੰਦਾ ਜੀ। ਤੋ ਇਸ ਕਰਕੇ ਸਿਆਸੀ ਪਾਰਟੀ ਕੋਈ ਵੀ ਜਦੋਂ ਸੱਤਾ 'ਚ ਆਉਂਦੀ ਹੈ ਉਹ ਕਾਫੀ ਸਾਰਾ ਪੈਸਾ ਜਿਹੜਾ ਹੈ ਉਹ ਵੱਖੋ ਵੱਖਰੇ ਸਰੋਤਾਂ ਤੋਂ ਇਕੱਠਾ ਕਰ ਲੈਂਦੀ ਹੈ ਜੀ। ਕੋਈ ਫੰਡ ਐਸੇ ਰੇਜ਼ ਕਰ ਲੈਂਦੀ। ਉਹ ਫਿਰ ਪੈਸਾ ਕਦੋਂ ਕੰਮ ਆਉਂਦਾ? ਉਹ ਫਿਰ ਉਦੋਂ ਕੰਮ ਆਉਂਦਾ ਜਦੋਂ ਵੋਟਾਂ ਹੁੰਦੀਆਂ, ਵੋਟਾਂ ਦੀ ਖਰੀਦੋ ਫਰੋਖਤ ਵਾਸਤੇ ਕੰਮ ਆਉਂਦਾ, ਲੋਕਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਕੰਮ ਆਉਂਦਾ। ਤਾਂ ਉਹ ਸਾਰਾ ਮਤਲਬ ਉਸ ਤਰ੍ਹਾਂ ਜਾਲ ਵਿਛਾ ਲਿਆ ਜਾਂਦਾ। ਜਿਹੜੇ ਅਕਾਲੀ ਨੇ, ਅਕਾਲੀ ਦਲ ਦਾ ਹੁਣ ਸਰੂਪ ਉਹ ਨਹੀਂ ਹੈ ਜਿਹੜਾ ਤਵਾਰੀਖੀ ਸਵਰੂਪ ਸੀ ਔਰ ਜਿਸ ਮਤਲਬ ਕਹਿ ਲਓ ਕਿ ਨੀਤੀ ਨੂੰ, ਰਣਨੀਤੀ ਨੂੰ ਲੈ ਕੇ ਅਕਾਲੀ ਦਲ ਫਾਰਮ ਹੋਇਆ ਸੀ, ਉਹ ਉਦੇਸ਼ ਕੋਈ ਨਹੀਂ। ਹੁਣ ਸਿਰਫ ਇਹ ਹੈ ਕਿ ਧਰਮ ਦੇ ਨਾਮ ਤੇ ਰਾਜਨੀਤੀ ਰਾਹੀਂ ਲੋਕਾਂ ਨੂੰ ਜਜ਼ਬਾਤੀ ਤੌਰ ਤੇ ਗੁੰਮਰਾਹ ਕਰੋ ਔਰ ਸੱਤਾ ਹਾਸਲ ਕਰੋ। ਇੱਕ ਉਹ ਜ਼ਮਾਨਾ ਸੀ ਜਦੋਂ ਇਹਨਾਂ ਦੇ ਆਗੂ ਸੀ ਜਿਹੜੇ, ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੀ ਜਿਹੜੇ ਗੁਰਚਰਨ ਸਿੰਘ ਟੌਹੜਾ ਵਰਗੇ, ਜਗਦੇਵ ਸਿੰਘ ਤਲਵੰਡੀ ਵਰਗੇ ਕੱਦਾਵਰ ਔਰ ਜਥੇਦਾਰ ਮੋਹਨ ਸਿੰਘ ਤੁੜ ਵਰਗੇ, ਉਹ ਬੰਦੇ ਜਿਹੜੇ ਸੀਗੇ ਉਹ ਸਮਰਪਿਤ ਸੀ ਧਰਮ ਨੂੰ ਤੇ ਰਾਜਨੀਤੀ ਨੂੰ। ਔਰ ਉਹਨਾਂ ਦੇ ਮਨ ਦੇ ਵਿੱਚ ਕੋਈ ਐਸਾ ਉਹ ਨਹੀਂ ਸੀ ਕਿ ਅਸੀਂ ਪੈਸਾ ਗੁਰਦੁਆਰਿਆਂ ਦੀ ਗੋਲਕਾਂ ਚੋਂ ਖਾਣਾ ਹੈ। ਲੇਕਿਨ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ਼ ਹੋਏ, ਉਦੋਂ ਫਿਰ ਇਹਨਾਂ ਨੇ ਮਤਲਬ ਸੱਤਾ ਦੀ ਭੁੱਖ 'ਚ ਸ਼੍ਰੀ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਵੀ ਪਰਵਾਹ ਨਹੀਂ ਕੀਤੀ। ਇਹ ਦੜ ਕੇ ਲੰਘ ਗਏ। ਠੀਕ, ਇਹਨਾਂ ਨੇ ਜਿੰਨੇ ਮਤਲਬ ਦਾਗੀ ਕਿਰਦਾਰ ਬੰਦੇ ਸੀਗੇ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਲਗਾ ਵਰਗੇ, ਉਹ ਵੀ ਮਤਲਬ ਇਹਨਾਂ ਨੇ ਸ਼ਾਮਲ ਕਰ ਲਏ। ਔਰ ਇਹਨਾਂ ਨੇ ਮਾਇਆ ਦੀ ਖੇਡ ਨਾਲ ਵਰਤੀ ਤਾਂ ਗੁਰੂ ਦੀ ਗੋਲਕੀ, ਉਹਦੇ ਨਾਲ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰਤਾ। ਪੈਸਾ ਕਿਹਨੂੰ ਨਹੀਂ ਚੰਗਾ ਲੱਗਦਾ ਜੀ। ਬਿਲਕੁਲ।
ਤੁਹਾਨੂੰ ਮੈਂ ਦੇਵਾਂ 4 ਕਰੋੜ ਰੁਪਈਆ, ਤੁਸੀਂ ਕਹੋਗੇ ਠੀਕ ਆ, ਤੁਸੀਂ ਮੈਨੂੰ ਦਿਓ 6 ਕਰੋੜ ਰੁਪਈਆ, ਮੈਂ ਕਹੂੰ ਵਧੀਆ, ਠੀਕ ਹੈ। ਮਤਲਬ ਈਮਾਨ ਬਦਲ ਜਾਂਦਾ ਜੀ। ਤੋ ਇੱਥੇ ਤਕਰੀਬਨ ਉਹ ਲੋਕ ਨੇ ਜਿਨ੍ਹਾਂ ਦਾ ਈਮਾਨ ਬਦਲ ਗਿਆ। ਔਰ ਸਭ ਤੋਂ ਪਹਿਲਾਂ ਕਿਉਂਕਿ ਇਹ ਈਮਾਨ ਇਹਨਾਂ ਦਾ ਮਿੱਟੀ ਹੋਇਆ ਔਰ ਇਹਨਾਂ ਨੇ ਗੁਰੂ ਦੀ ਗੋਲਕ ਦਾ ਦੁਰਉਪਯੋਗ ਕਰਨਾ ਸ਼ੁਰੂ ਕਰਤਾ। ਇਹਨਾਂ ਨੂੰ ਹੁਣ ਪੜਚੋਲ ਜਿਹੜੀ ਕਰ ਰਹੇ ਨੇ, ਲੋਕਾਂ ਤੋਂ ਪੁੱਛ ਰਹੇ ਨੇ, ਉਹਦੇ ਵਿੱਚ ਜਿਹੜਾ ਮੁੱਖ ਮੁੱਦਾ ਉੱਭਰ ਕੇ ਸਾਹਮਣੇ ਆਇਆ ਉਹ ਇਹ ਹੈ ਕਿ ਬਾਦਲ ਪਰਿਵਾਰ ਤੋਂ ਖਹਿੜਾ ਛਡਾਓ ਔਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਤੋਂ ਲਾਹੋ, ਕਿਉਂਕਿ ਜਿੰਨੀ ਦੇਰ ਤੱਕ ਇਹ ਚਮਜੂਆਂ ਚਿਮੜੀਆਂ ਹੋਈਆਂ ਨੇ ਨਾ, ਉਨੀ ਦੇਰ ਤੱਕ ਪੰਥ ਦਾ ਭਲਾ ਨਹੀਂ ਹੋ ਸਕਦਾ ਔਰ ਗੁਰੂ ਦੀ ਅਜ਼ਮਤ ਦੀ ਬਹਾਲੀ ਤੇ ਸੁਰੱਖਿਆ ਨਹੀਂ ਹੋ ਸਕਦੀ। ਇਹਨਾਂ ਦੇ ਖਿਲਾਫ ਕਿਹੜੀ ਗੱਲ ਗਈ? ਸਭ ਤੋਂ ਪਹਿਲਾਂ ਤਾਂ ਇਹਨਾਂ ਦੇ ਖਿਲਾਫ ਇਹ ਗੱਲ ਗਈ ਕਿ ਇਹਨਾਂ ਨੇ ਗੁਰੂ ਦੀ ਗੋਲਕ ਨੂੰ ਲੁੱਟਣਾ ਸ਼ੁਰੂ ਕਰਤਾ ਔਰ ਆਪਣੇ ਸਿਆਸੀ ਮਫਾਦ ਵਾਸਤੇ ਵਰਤਣਾ ਸ਼ੁਰੂ ਕਰਤਾ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਕੋਲੇ ਸੱਤਾ ਆਈ, ਇਹਨਾਂ ਨੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਸੰਤਾਪ ਦੇ ਦਿਨਾਂ ਵਿੱਚ ਬੇਕਸੂਰ ਸਿੱਖ ਨੌਜਵਾਨਾਂ ਦਾ ਵਿਆਪਕ ਪੱਧਰ ਤੇ ਕਤਲੇਆਮ ਕੀਤਾ ਸੀਗਾ, ਇਜ਼ਹਾਰ ਆਲਮ ਵਰਗੇ ਜਾਂ ਸੁਮੇਧ ਸੈਣੀ ਵਰਗੇ ਬੁੱਚੜ ਜਿਹੜੇ ਸੀ, ਉਹਨਾਂ ਨੂੰ ਇਹਨਾਂ ਨੇ ਵੱਡੇ ਵੱਡੇ ਅਹੁਦਿਆਂ ਤੇ ਬਿਰਾਜਮਾਨ ਕੀਤਾ। ਉਹ ਗੱਲ ਲੋਕਾਂ ਨੂੰ ਬਰਦਾਸ਼ਤ ਨਹੀਂ ਹੋਈ ਔਰ ਉਹਨਾਂ ਨੂੰ ਲੱਗਿਆ ਕਿ ਸਾਡੇ ਜ਼ਖਮਾਂ ਦੇ ਉੱਪਰ ਤੇਜ਼ਾਬ ਛਿੜਕਿਆ ਜਾ ਰਿਹਾ। ਬਿਲਕੁਲ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਇਹਨਾਂ ਨੇ ਉਹਨਾਂ ਲੋਕਾਂ ਨੂੰ ਅੱਗੇ ਲੈ ਕੇ ਆਉਂਦਾ ਜਿਹੜੇ ਲੋਕ ਵੈਸੀ ਪੰਥ ਪ੍ਰਸਤ ਨਹੀਂ ਸੀ ਜੀ। ਇਹਨਾਂ ਨੇ ਸ਼੍ਰੀ ਅਕਾਲ ਤਖਤ ਦੇ ਉੱਪਰ ਆਪਣੇ ਜ਼ਰ ਖਰੀਦ ਮਸੰਦ ਬਿਠਾਏ ਔਰ ਉਹਨਾਂ ਤੋਂ ਆਪਣੀ ਸੋਚ ਮੁਤਾਬਕ ਫੈਸਲੇ ਕਰਵਾਏ। ਉਹ ਫੈਸਲਿਆਂ ਦੇ ਵਿੱਚ ਇਹ ਹੈ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੋਈ ਕਿ ਇਹਨਾਂ ਦੇ ਰਾਜਕਾਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਤੇ 2 ਗੋਲੀकांड ਹੋਏ ਜੀ। ਉਦੋਂ ਇਹ ਮੁੱਖ ਮੰਤਰੀ ਨੇ ਫਿਰ ਬੂਬਨੇ ਨੂੰ ਮਾਫੀਨਾਮਾ ਦਵਾਇਆ, ਜਿਹੜਾ ਮੁਸ਼ਟੰਡਾ ਹੈ, ਬਦਮਾਸ਼ ਹੈ, ਠੀਕ ਹੈ, ਕਾਤਿਲ ਹੈ, ਉਸ ਨੂੰ ਮਾਫੀਨਾਮਾ। ਉੱਥੋਂ ਇਹਨਾਂ ਦਾ ਪਤਨ ਸ਼ੁਰੂ ਹੋ ਗਿਆ। ਲੋਕਾਂ ਨੂੰ ਇਹ ਗੱਲ ਨਾਗਵਾਰ ਗੁਜ਼ਰੀ ਕਿ ਤੁਸੀਂ ਆਪਣੇ ਆਪ ਨੂੰ ਪੰਥ ਦੇ ਰਹਿਨੁਮਾ ਕਹਿੰਦੇ ਹੋ ਔਰ ਤੁਹਾਡੇ ਰਾਜਕਾਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਬਾਰ-ਬਾਰ ਔਰ ਇਹ ਜਿਹੜੀਆਂ ਇਹਨਾਂ ਤੋਂ ਗਲਤੀਆਂ ਹੋਈਆਂ, ਇਹਨਾਂ ਦਾ ਇੱਕ ਖਮਿਆਜਾ ਜਿਹੜਾ ਇਸ ਵਾਰ ਦੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਦਾ ਪਿਆ। ਜਿਹੜੀ ਨਮੋਸ਼ੀਜਨਕ ਹਾਰ ਦਾ ਸਾਹਮਣਾ ਇਹਨਾਂ ਨੇ ਕੀਤਾ, ਉਸ ਤੋਂ ਬਾਅਦ ਆਪਣੀ ਹੀ ਇਹਨਾਂ ਦੀ ਪਾਰਟੀ ਦੇ ਅੰਦਰੂਨੀ ਜਿਹੜੇ ਮੈਂਬਰ ਜਿਹੜੇ ਕਦੀ ਇਹਨਾਂ ਦਾ ਪਾਣੀ ਭਰਦੇ ਸਨ, ਇਹਨਾਂ ਦੇ ਪਿੱਛੇ ਘੁੰਮਦੇ ਸਨ, ਕਿਉਂਕਿ ਸੱਤਾ ਇਹਨਾਂ ਦੇ ਕੋਲ ਸੀ। ਸੱਤਾ ਜਾਣ ਤੋਂ ਬਾਅਦ ਉਹ ਸਾਰੇ ਵਿਅਕਤੀ ਜਿਹੜੇ ਨੇ ਹੁਣ ਪਿੱਠ ਦੇ ਉੱਤੇ ਇਹਨਾਂ ਦੀਆਂ ਚੁਗਲੀਆਂ ਕਰਦੇ ਫਿਰਦੇ ਨੇ। ਇੱਕ ਹੋਰ ਨੁਕਤਾ ਹੈ ਜਿਹੜਾ ਮਤਲਬ ਇਹਨਾਂ ਦੇ ਸਿਆਸੀ ਤਾਬੂਤ 'ਚ ਆਖਰੀ ਕਿੱਲ ਸਾਬਤ ਹੋਇਆ, ਉਹ ਕੀ ਹੈ ਕਿ ਜਦੋਂ ਅੰਦੋਲਨ ਸ਼ੁਰੂ ਹੋਇਆ ਤਾਂ ਸੁਖਬੀਰ ਬਾਦਲ ਕਹਿੰਦਾ ਸਾਰੇ ਨਕਸਲੀਏ ਨੇ ਜੀ। ਜਿਹੜੀ ਬੀਬੀ ਸੀ ਕੇਂਦਰੀ ਮੰਤਰੀ ਸੀ ਉਦੋਂ, ਉਹ ਕਹਿੰਦੀ ਸੀ ਮੈਂ ਤਾਂ ਇਹਨਾਂ ਦੇ ਵਿਰੋਧੀ ਨਹੀਂ, ਇਹ ਤਾਂ ਇੱਕ ਭਟਕੇ ਹੋਏ ਵਿਰੋਧ ਕਰ ਰਹੇ ਨੇ। ਪ੍ਰਕਾਸ਼ ਸਿੰਘ ਬਾਦਲ ਵੀ ਐਵੇਂ ਕਹਿਣ ਲੱਗੇ ਤਾਂ ਫਿਰ ਨਤੀਜਾ ਤਾਂ ਹੋਣਾ ਹੀ ਸੀ। ਬਿਲਕੁਲ ਜੀ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਉਦੋਂ ਵੀ ਵਾਇਰਲ ਹੋਈਆਂ ਸਨ ਜਦ ਪਹਿਲਾਂ ਹਰਸਿਮਰਤ ਕੌਰ ਬਾਦਲ ਦਾ ਬਿਆਨ ਕੀ ਸੀ ਜਦੋਂ ਖੇਤੀਬਾੜੀ ਅੰਦੋਲਨ ਜਦੋਂ ਸ਼ੁਰੂ ਹੋਇਆ ਤੇ ਬਾਅਦ ਵਿੱਚ ਜਦੋਂ ਉਹਨਾਂ ਨੂੰ ਲੱਗਾ ਕਿ ਲੋਕ ਜਿਹੜੇ ਸਾਡੇ ਖਿਲਾਫ ਹੁੰਦੇ ਜਾ ਰਹੇ ਨੇ, ਫਿਰ ਉਹਨਾਂ ਨੇ ਬਿਆਨ ਬਦਲਿਆ ਸੀ। ਇਹਦੇ ਨਾਲ ਹੀ ਅਗਲੀ ਇੱਕ ਹੋਰ ਖਬਰ ਹੈ ਸਰ, ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਦੇ ਵਿੱਚੋਂ ਕੁਝ ਦਿਨ ਪਹਿਲਾਂ ਇੱਕ ਹਵਾਲਾਤੀ ਦੇ ਵੱਲੋਂ ਇੱਕ ਵੀਡੀਓ ਕਾਲ ਕੀਤੀ ਗਈ ਔਰ ਉਸ ਵੀਡੀਓ ਕਾਲ ਨੂੰ ਰਿਕਾਰਡ ਕਰਕੇ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾ ਦਿੱਤਾ। ਸਭ ਤੋਂ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਇੱਕ ਕੈਦੀ ਜੇਲ੍ਹ ਦੇ ਅੰਦਰ ਕੈਦ ਆ, ਉਹਦੇ ਕੋਲ ਮੋਬਾਈਲ ਫੋਨ ਕਿੱਦਾਂ ਆਇਆ, ਉਹਨੇ ਵੀਡੀਓ ਕਾਲ ਕਿਵੇਂ ਕੀਤੀ, ਫਿਰ ਦੇਖੋ ਕਿ ਉਸਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਪਾਈ। ਇਸ ਸਾਰੇ ਵਿਸ਼ੇ ਦੇ ਉੱਤੇ ਜਦੋਂ ਕਾਰਵਾਈ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਜਿਹੜਾ ਉਸ ਡਿਪਟੀ ਸੁਪਰੀਟੈਂਡੈਂਟ ਸੀਗਾ ਉਸਨੂੰ ਹੁਣ ਤਾਂ ਮੁਅੱਤਲ ਕਰ ਦਿੱਤਾ ਗਿਆ। ਪਰ ਬਹੁਤ ਖਬਰਾਂ ਪਹਿਲਾਂ ਵੀ ਆਈਆਂ ਸਨ ਕਿ ਕੈਦੀ ਜਿਹੜੇ ਨੇ ਉਹਨਾਂ ਦੇ ਕੋਲ ਮੋਬਾਈਲ ਫੋਨ ਹੁੰਦੇ ਨੇ, ਉਹ ਵਰਤਦੇ ਨੇ ਔਰ ਬਹੁਤ ਸਾਰੇ ਗੈਂਗਸਟਰ ਤਾਂ ਜੇਲ੍ਹਾਂ ਦੇ ਅੰਦਰ ਬੈਠ ਕੇ ਹੀ ਜਿਹੜੀਆਂ ਬਾਹਰ ਪਲੈਨਿੰਗਸ ਚੱਲਦੀਆਂ ਨੇ ਕਿਸੇ ਵੀ ਤਰ੍ਹਾਂ ਦੀਆਂ, ਉਹ ਸਾਰੀਆਂ ਉਹ ਅੰਦਰ ਬੈਠੇ ਕਰ ਲੈਂਦੇ ਨੇ। ਸੋ ਇਹ ਬਾਰ-ਬਾਰ ਇਦਾਂ ਦੇ ਜਿਹੜੇ ਮੁੱਦੇ ਬਾਰ-ਬਾਰ ਸਾਹਮਣੇ ਆਉਂਦੇ ਨੇ, ਪਰ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਚੰਗੇ ਤਰੀਕੇ ਨਾਲ ਹੁੰਦੀ? ਇੱਕ ਨਸ਼ਿਆਂ ਦੀ ਤਸਕਰੀ ਨਾਲ ਸੰਬੰਧਿਤ ਸੇਵਾ ਮੁਕਤ ਨਹੀਂ, ਉਦੋਂ ਕਾਰਜਸ਼ੀਲੀ ਸੀ, ਡੀਐਸਪੀ ਸੀਗੇ, ਜਗਦੀਸ਼ ਭੋਲਾ ਦਾ ਨਾਂ ਸੁਣਿਆ ਹੋਣਾ ਜੀ। ਉਹਨਾਂ ਕੋਲੋਂ ਵੀ ਮੋਬਾਈਲ ਫੜਿਆ ਗਿਆ ਸੀ ਔਰ 2 ਉਹਨਾਂ ਨੇ ਦਰਖਤ ਤੇ ਰੱਖੇ ਹੋਏ ਸੀ। ਅੱਛਾ। ਉਹ ਵੀ ਪੁਲਿਸ ਵਾਲਿਆਂ ਨੇ ਲਾ ਲਏ। ਹੁਣ ਮੋਬਾਈਲ ਅੰਦਰ ਜਾਂਦੇ ਕਿਵੇਂ ਆ? ਇਹਦਾ ਮਤਲਬ ਇਹ ਹੈ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕਾਲੀਆਂ ਭੇਡਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੂੰ ਕੀ ਚਾਹੀਦਾ ਹੁੰਦਾ ਵੀ ਕਿੰਨੀ ਕੁ ਤਨਖਾਹ ਮਿਲਦੀ ਹੈ। ਜੇ ਮੈਨੂੰ ਇਹ ਪਤਾ ਹੈ ਕਿ ਮਹੀਨੇ ਬਾਅਦ ਮੈਨੂੰ 50,000 ਤਨਖਾਹ ਮਿਲਣੀ ਹੈ ਤੇ ਉਹ ਮੈਂ 3 ਦਿਨਾਂ 'ਚ ਲੈ ਲੈਣੀ ਹੈ ਨਾ, ਤਾਂ ਮੈਂ ਇਹਨਾਂ ਕੁ ਤਾਂ ਰਿਸਕ ਲਊਂਗਾ ਹੀ ਕਿ ਯਾਰ ਚੱਲ ਇੱਕ ਮੋਬਾਈਲ ਲੰਘਾ ਦਿਓ, 25,000 ਉਹਨਾਂ ਨੇ ਦੇ ਦੇਣਾ ਹੈ ਨਾ, ਤੇ ਦੂਜਾ ਲਗਾ ਦਾਂਗੇ 25 ਹੋਰ ਆ ਜਾਣਾ। ਬਿਲਕੁਲ। ਸੋ ਇਹ ਹੁੰਦਾ ਰਹਿੰਦਾ ਜਦ ਤੱਕ ਮੈਂ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਦੋਂ ਨਸ਼ਾ ਤਸਕਰੀ ਦੇ ਸੰਬੰਧ ਵਿੱਚ ਵੈਸੇ ਵੀ ਥਾਣੇ 'ਚ ਕੋਈ ਸ਼ਿਕਾਇਤ ਲੈ ਕੇ ਜਾਂਦਾ, ਉਹਦੀ ਸ਼ਿਕਾਇਤ ਸੁਣੀ ਨਹੀਂ ਜਾਂਦੀ। ਔਰ ਤੁਸੀਂ ਆਪ ਹੀ ਇੱਕ ਖਬਰ ਸੁਣਾਈ ਸੀਗੀ ਜਿੱਥੇ ਮੁਲਜ਼ਮ ਨੂੰ CIA ਸਟਾਫ ਨੇ ਰਿਹਾ ਕਰਤਾ ਔਰ ਉਹਨਾਂ ਨੇ ਜਾ ਕੇ ਉਹਨਾਂ ਲੋਕਾਂ ਨੂੰ ਕੁੱਟ ਦਿੱਤਾ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ। ਮਤਲਬ ਫਿਰ ਸ਼ਿਕਾਇਤ ਕਰਨ ਵਾਲੇ ਲੋਕ ਡਰਨਗੇ। ਕਿਉਂ ਸ਼ਿਕਾਇਤ ਕਰਨਗੇ? ਕਿਉਂਕਿ ਪੁਲਿਸ ਜਿਹੜੀ ਹੱਕ-ਹੱਥੇ ਤੌਰ ਤੇ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਹੈ,
ਕਿਉਂਕਿ ਪੁਲਿਸ ਦੇ ਲੋਕ ਜਿਹੜੇ ਨੇ, ਜਿਹੜੀਆਂ ਕਾਲੀਆਂ ਭੇਡਾਂ ਨੂੰ ਦੀਆਂ ਜੇਬਾਂ ਭਰਦੀਆਂ ਨੇ, ਔਰ ਉਹਨਾਂ ਨੂੰ ਹੋਰ ਕੋਈ ਮਾਇਆ ਦੇ, ਜਦੋਂ ਮਾਇਆ ਹੈ ਨਾ ਜਿਹੜੀ, ਉਹ ਬੰਦੇ ਨੂੰ ਅੰਨਾ ਕਰ ਦਿੰਦੀ ਹੈ। ਉਹ ਅੱਖਾਂ ਤੋਂ ਅੰਨਾ ਨਹੀਂ ਹੁੰਦਾ, ਅਕਲ ਤੋਂ ਅੰਨਾ ਹੋ ਜਾਂਦਾ। ਤੇ ਜਦੋਂ ਅਕਲ ਹੀ ਅੰਨੀ ਹੋ ਜੇ ਤਾਂ ਫਿਰ ਅੱਖਾਂ ਦਾ ਕੋਈ ਪਾਰਟ ਮਤਲਬ ਯੋਗਦਾਨ ਨਹੀਂ ਰਹਿੰਦਾ। ਸੋ ਇਸ ਹਿਸਾਬ ਨਾਲ ਹੋਣਾ ਇਹ ਚਾਹੀਦਾ ਸੀਗਾ ਕਿ ਜਿੱਥੇ ਵੀ ਕੋਈ ਇਸ ਤਰ੍ਹਾਂ ਦੀ ਗੁਲਾਮੀ ਹੁੰਦੀ ਹੈ, ਕੋਈ ਗੈਰ ਕਾਨੂੰਨੀ ਕੰਮ ਹੁੰਦਾ, ਉਸ ਵਾਸਤੇ ਜ਼ਿੰਮੇਵਾਰ ਵਿਅਕਤੀ ਨੂੰ ਫੌਰੀ ਤੌਰ ਤੇ ਡਿਸਮਿਸ ਕਰ ਦੇਣਾ ਚਾਹੀਦਾ ਸਰਵਿਸ ਤੋਂ। ਕਿ ਜਿੰਨੀ ਦੇਰ ਤੱਕ ਤੁਸੀਂ ਇਹ ਸਬਕ ਨਹੀਂ ਦਿਓਗੇ, ਉਨੀ ਦੇਰ ਤੱਕ ਸੁਧਾਰ ਨਹੀਂ ਹੋਏਗਾ। ਆਪਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀਗਾ ਕਿ ਪਤਾ ਨਹੀਂ ਕਿਉਂ ਜਿਹੜੇ ਸਾਡੇ ਰਹਿਨੁਮਾ ਨੇ ਉਹ ਇਤਿਹਾਸ ਨਹੀਂ ਪੜ੍ਹਦੇ, ਇਤਿਹਾਸ ਤੋਂ ਕੁਝ ਸਿੱਖਦੇ ਨਹੀਂ। ਉਦੋਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਸ਼ੇਰ ਸ਼ਾਹ ਸੂਰੀ ਦੇ ਰਾਜ ਪ੍ਰਬੰਧ ਦੇ ਵਿੱਚ ਕੀ ਹੁੰਦਾ ਰਿਹਾ, ਜੇ ਇਹੀ ਪੜ੍ਹ ਲੈਣ ਤਾਂ ਮੈਨੂੰ ਲੱਗਦਾ ਬਹੁਤ ਸਾਰਾ ਸੁਧਾਰ ਹੋ ਜਾਏਗਾ। ਔਰ ਇਹ ਨਹੀਂਗਾ ਕਿ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ, ਪਰ ਇੱਛਾ ਸ਼ਕਤੀ ਸੁਧਾਰ ਦੀ ਨਹੀਂ ਹੁੰਦੀ। ਸਾਰੇ ਮਤਲਬ ਜਿਹੜੇ ਹੈਗੇ ਗੱਲਾਂ ਦਾ ਗਦਾਵਾ ਕਰੀ ਜਾਂਦੇ ਆ, ਐਲਾਨ ਤੇ ਐਲਾਨ ਹੋਈ ਜਾਂਦਾ, ਬਿਆਨ ਤੇ ਬਿਆਨ ਆਈ ਜਾਂਦਾ, ਐਂ ਕਰ ਦੇਂਗੇ, ਉਹ ਕਰ ਦੇਂਗੇ, ਐਂ ਕਰ ਦੇਂਗੇ, ਉਹ ਕਰ ਦੇਂਗੇ, ਹੁੰਦਾ ਕੁਝ ਨਹੀਂ। ਨਸ਼ੇ ਖਤਮ ਕਰ ਦੇਂਗੇ, ਖੁਦਕੁਸ਼ੀਆਂ 1 ਅਪ੍ਰੈਲ ਤੋਂ ਬੰਦ ਹੋ ਜਾਣਗੀਆਂ, ਵਰਲਡ ਕਲਾਸ ਆ ਹੋ ਜੂ, ਵਰਲਡ ਕਲਾਸ ਹੋ ਜੂ, ਇਹੋ ਜਿਹਾ ਕੁਝ ਹੋ ਰਿਹਾ। ਲੇਕਿਨ ਜੇ ਸੁਧਾਰ ਹੋਣਾ ਹੈ ਨਾ, ਜੇ ਤੁਸੀਂ ਚਾਹੁੰਦੇ ਹੋ ਕਿ ਸੁਧਾਰ ਹੋਵੇ, ਤਾਂ ਸੁਧਾਰ ਜਦੋਂ ਹੋ ਜਾਊਗਾ ਨਾ ਤੇ ਤੁਹਾਨੂੰ ਬੋਲਣ ਦੀ ਲੋੜ ਨਹੀਂ ਪੈਣੀ। ਬਿਲਕੁਲ ਸੁਧਾਰ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡਾ ਸਬੂਤ ਤੇ ਪ੍ਰਮਾਣ ਹੁੰਦਾ ਜੀ। ਕੋਈ ਡਿਵੈਲਪਮੈਂਟ ਹੁੰਦੀ ਹੈ, ਤੁਹਾਨੂੰ ਨਜ਼ਰ ਆ ਜਾਂਦੀ ਹੈ। ਸੋ ਇਸ ਕਰਕੇ ਇਸ ਪਾਸੇ ਜਿੰਨੀ ਦੇਰ ਤੱਕ ਸਖਤਾਈ ਨਹੀਂ ਹੁੰਦੀ, ਜੇਲ੍ਹਾਂ 'ਚ ਸਖਤਾਈ ਨਹੀਂ ਹੁੰਦੀ, ਔਰ ਜਿਹੜੇ ਸੁਪਰਡੈਂਟ, ਜਿਹੜਾ ਜੇਲ੍ਹ ਸੁਪਰਡੈਂਟ ਮੁਅੱਤਲ ਕੀਤਾ, ਇਹਨੂੰ ਡਿਸਮਿਸ ਕਰ ਦੇਣਾ ਚਾਹੀਦਾ ਸੀ। ਉਹ ਭਾਵੇਂ ਪ੍ਰਕਿਰਿਆ ਲੰਬੀ ਹੈ, ਭਾਵੇਂ, ਪਰ ਆਰਡਰ ਹੋਣਾ ਜਾਣਾ ਚਾਹੀਦਾ। ਉਹ ਆਪੇ ਮੁੜ ਕੇ ਅਦਾਲਤ ਜਾਂਦਾ ਰਹੇ ਜਾਂ ਉਹ ਪ੍ਰੂਵ ਕਰਦਾ ਰਹੇ, ਕੁਝ ਵੀ ਹੈ, ਪਰ ਇੱਕ ਵਾਰੀ ਕੰਨ ਤਾਂ ਹੋ ਜਾਂਦੇ ਨੇ ਜੀ। ਬਿਲਕੁਲ। ਅਸੀਂ ਅਕਸਰ ਆਪਣੇ ਦਰਸ਼ਕਾਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਕਹਿੰਦੇ ਹਾਂ ਕਿ ਤੁਹਾਡੇ ਮਨ ਦੇ ਵਿੱਚ ਅਗਰ ਕੋਈ ਵਿਚਾਰ ਹੈ, ਕੋਈ ਸਵਾਲ ਹੈ, ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ। ਕੱਲ ਅਸੀਂ ਤੰਤੀ ਸਾਜ਼ਾਂ ਨੂੰ ਲੈ ਕੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਐਲਾਨ ਕੀਤਾ ਗਿਆ, ਉਸ ਵਿਸ਼ੇ ਦੇ ਉੱਤੇ ਆਪਣੇ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ। ਇਸ ਚਰਚਾ ਦੇ ਦਰਮਿਆਨ ਸਾਨੂੰ ਇੱਕ ਸਾਡੇ ਦਰਸ਼ਕ ਨੇ, ਪੀਟੀ ਗਿੱਲ, ਉਹਨਾਂ ਨੇ ਸਾਨੂੰ ਇੱਕ ਸਵਾਲ ਕੀਤਾ, ਕਮੈਂਟ ਕੀਤਾ। ਉਹ ਕਹਿੰਦੇ ਨੇ ਕਿ ਗੁਰਬਾਣੀ ਅੰਗਰੇਜ਼ਾਂ ਦੀ ਕਾਢ ਨਹੀਂ ਹੈ, ਰਬਾਬ ਗੁਰਬਾਣੀ ਦਾ ਸਾਜ਼ ਹੈ। ਅੱਗੇ ਕਹਿੰਦੇ ਨੇ ਕਿ ਜੋਗੀ ਸੋਚ ਧਰਮ ਗ੍ਰੰਥਾਂ ਨੂੰ ਆਪਣੀ ਸੋਚ ਦੇ ਵਿੱਚ ਢਾਲਣਾ ਚਾਹੁੰਦੀ ਹੈ, ਸੂਰਜ ਨੂੰ ਦੀਵਾ ਦਿਖਾਉਣਾ ਠੀਕ ਨਹੀਂ ਹੈ। ਇਹ ਤੁਹਾਨੂੰ ਕਿਹਾ ਗਿਆ, ਕੀ ਜਵਾਬ ਦਿੰਦੇ ਹੋ? ਗੁਰਬਾਣੀ ਦੀ ਸ਼ਾਨ 'ਚ ਜਾਂ ਗੁਰਬਾਣੀ ਦੀ ਪਾਕੀਜ਼ਗੀ ਦੇ ਸੰਬੰਧ ਵਿੱਚ ਨਹੀਂ ਅਸੀਂ ਕੁਝ ਕਿਹਾ। ਆਪਾਂ ਇਹ ਤਾਂ ਨਹੀਂ ਕਿਹਾ ਕਿ ਗੁਰਬਾਣੀ ਜਿਹੜੀ ਆ ਅੰਗਰੇਜ਼ਾਂ ਦੀ ਕਾਢ ਹੈ ਜੀ। ਬਿਲਕੁਲ। ਜਥੇਦਾਰ ਦਾ ਉਹ ਬਿਆਨ ਸੀ ਜਿਹੜਾ ਗਿੱਲ ਸਾਹਿਬ, ਉਹਨਾਂ ਨੇ ਕਿਹਾ ਸੀਗਾ ਕਿ ਹਾਰਮੋਨੀਅਮ ਕਿਉਂਕਿ ਅੰਗਰੇਜ਼ਾਂ ਦੀ ਕਾਢ ਹੈ, ਇਸ ਕਰਕੇ ਇਹਦਾ ਉਪਯੋਗ ਨਹੀਂ ਹੋਣਾ ਚਾਹੀਦਾ, ਤੇ ਤੰਤੀ ਸਾਜ਼ਾਂ ਨਾਲ ਜਿਹੜੀ ਹੈ ਉਹ ਗੁਰਬਾਣੀ ਗਾਇਨ ਹੋਣੀ ਚਾਹੀਦੀ ਹੈ ਜੀ। ਰਬਾਬ ਬਿਲਕੁਲ ਠੀਕ ਗੱਲ ਇਹਨਾਂ ਦੀ, ਸਰੋਦ ਹੈ, ਮਨੋਹਰ ਵੀਣਾ ਹੈ, ਸਿਤਾਰ ਹੈ, ਔਰ ਤਾਨਪੁਰਾ ਹੈ, ਠੀਕ ਹੈ। ਇਸ ਤਰ੍ਹਾਂ ਦੇ ਸਾਜ਼ ਨੇ ਜਿਹਨਾਂ ਨੂੰ ਹਿੰਦੁਸਤਾਨੀ ਕਲਾਸੀਕਲ ਸਾਜ਼ ਕਹਿੰਦੇ ਆਪਾਂ। ਇਹਨਾਂ ਸਾਜ਼ਾਂ ਦੀ ਜੇ ਵਰਤੋਂ ਹੁੰਦੀ ਤਾਂ ਕੋਈ ਮਾੜੀ ਗੱਲ ਨਹੀਂ। ਹਾਂ, ਇਹ ਹੈ ਵੀ ਉੱਥੇ ਇਲੈਕਟ੍ਰਿਕ ਗਿਟਾਰ ਨਹੀਂ ਹੋਣੀ ਚਾਹੀਦੀ, ਪਰ ਬਾਜਾ ਜਿਹੜਾ ਹੈ ਇੱਕ ਤਰ੍ਹਾਂ ਨਾਲ ਬੇਸਿਕ ਸਾਜ਼ ਹੈ ਜੀ। ਔਰ ਬਹੁਤ ਤੁਸੀਂ ਦੇਖਿਆ ਜਿੰਨੇ ਵੀ ਮਤਲਬ ਗਾਇਕ ਨੇ ਜਾਂ ਜਿਹੜੇ ਕੀਰਤਨੀਏ ਨੇ, ਉਹ ਇਸ ਦੇ ਨਾਲ ਹੀ ਮਤਲਬ ਗੁਰਬਾਣੀ ਗਾਇਨ ਕਰਦੇ ਨੇ ਜੀ। ਵਕਤ ਨਾਲ ਤੁਹਾਨੂੰ ਥੋੜਾ ਬਹੁਤ ਆਪਣੇ ਆਪ ਨੂੰ ਬਦਲਣਾ ਪੈਂਦਾ ਹੈ। ਜੇ ਬਾਜਾ ਅੰਗਰੇਜ਼ਾਂ ਦੀ ਕਾਢ ਹੈ ਤਾਂ ਅਸੀਂ ਇਹ ਕਿਹਾ ਸੀ ਬਿਜਲੀ ਵੀ ਅੰਗਰੇਜ਼ਾਂ ਦੀ ਕਾਢ ਹੈ, ਬੰਦ ਕਰ ਦਿਓ, ਮਸ਼ਾਲਾਂ ਜਗਾਓ। ਬਿਲਕੁਲ। ਤੁਸੀਂ ਗੱਡੀਆਂ ਦੀ ਵਰਤੋਂ ਨਾ ਕਰੋ। ਗਿੱਲ ਸਾਹਿਬ, ਉਹਨਾਂ ਨੂੰ ਇਹ ਕਹਿਣਾ ਚਾਹੀਦਾ ਕਿ ਗੱਡੀਆਂ ਦੀ ਵਰਤੋਂ ਨਾ ਕਰੋ। ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ, ਜਥੇਦਾਰ ਖੁਦ, ਔਰ ਜਿੰਨੀਆਂ ਸੰਸਥਾਵਾਂ, ਵਿਦਿਅਕ ਸੰਸਥਾਵਾਂ ਸ਼੍ਰੋਮਣੀ ਕਮੇਟੀ ਦੇ ਅੰਡਰ ਆਉਂਦੀਆਂ ਨੇ, ਉਹਨਾਂ ਦੇ ਸਾਰੇ ਅਧਿਆਪਕਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਨੂੰ ਘੋੜੇ ਦੇਣੇ ਚਾਹੀਦੇ ਨੇ ਆਉਣ ਜਾਣ ਦੇ ਲਈ, ਆਵਾਜਾਈ ਦੇ ਸਾਧਨ, ਕਿਉਂਕਿ ਉਹ ਅੰਗਰੇਜ਼ਾਂ ਦਾ ਦਿੱਤਾ ਸਭ ਕੁਝ ਬੰਦ ਹੋਣਾ ਚਾਹੀਦਾ ਜੀ। ਮਾਈਕ ਬੰਦ ਹੋਣੇ ਚਾਹੀਦੇ, ਮੋਬਾਈਲ ਫੋਨ ਬੰਦ ਹੋਣੇ ਚਾਹੀਦੇ ਨੇ, ਉੱਥੇ ਲੱਗੇ ਕੈਮਰੇ ਬੰਦ ਹੋਣੇ ਚਾਹੀਦੇ ਨੇ। ਜਿਹੜੀ ਤੁਸੀਂ ਰੋਟੀ ਵਾਲੀ ਮਸ਼ੀਨ ਲਾ ਰੱਖੀ ਹੈ ਬਹੁਤ ਵੱਡੀ ਲੰਗਰ ਦੇ ਵਿੱਚ, ਉਹ ਵੀ ਅੰਗਰੇਜ਼ਾਂ ਦੀ ਕਾਢ ਬੰਦ ਹੋਣੀ ਚਾਹੀਦੀ ਹੈ। ਉਹ ਜਿੰਨੀਆਂ ਵੀ ਕੋਈ ਕੇਬਲਾਂ ਵਿਛੀਆਂ ਹੋਈਆਂ ਸਭ ਕੱਢ ਦੇਣੀਆਂ ਚਾਹੀਦੀਆਂ ਨੇ। ਪੁਰਾਤਨ ਸਮੇਂ ਦੇ ਵਿੱਚ ਤੁਸੀਂ ਦੇਖੋ, ਵਿਕਾਸ ਨੂੰ ਤੁਸੀਂ ਰੋਕ ਨਹੀਂ ਸਕਦੇ। ਹਾਂ ਠੀਕ ਹੈ, ਗੁਰਬਾਣੀ ਦੀ ਗਾਇਨ ਸ਼ੈਲੀ ਇੱਕ ਮਖਸੂਸ ਹੈ, 31 ਰਾਗਾਂ 'ਚ ਹੈ, ਔਰ ਰਾਗਾਂ ਦੇ ਵਿੱਚ ਜੇ ਕੀਰਤਨ ਤੰਤੀ ਸਾਜ਼ਾਂ 'ਚ ਹੁੰਦਾ ਹੈ ਤਾਂ ਉਹਦਾ ਕੋਈ ਜਵਾਬ ਨਹੀਂ, ਪਰ ਤੰਤੀ ਸਾਜ਼ ਵਜਾਉਣ ਵਾਲੇ ਹਨ ਕਿੱਥੇ? ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਤਾਂ ਖੁਦੇ ਗੱਲ ਕਹੀ ਹੈ ਕਿ ਜੀ ਸਾਡੇ ਤਾਂ 4 ਜੱਥੇ ਨੇ ਜਿਹੜੇ ਤੰਤੀ ਸਾਜ਼ਾਂ ਤੇ, ਉਹਨਾਂ ਵਿੱਚੋਂ ਵੀ 3 ਜਿਹੜੇ ਨੇ ਵਿਦੇਸ਼ ਗਏ ਹੋਏ ਨੇ, ਤੇ ਕਦੋਂ ਆਣਗੇ ਉਹਨਾਂ ਦਾ ਵੀ ਕੋਈ ਪਤਾ ਨਹੀਂ। ਤੁਸੀਂ ਸਾਡੀ ਗੱਲ ਨੂੰ ਠੀਕ ਤਰ੍ਹਾਂ ਸਮਝ ਨਹੀਂ ਸਕੇ। ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਅਸੀਂ ਤਾਂ ਸੂਰਜ ਦਾ ਇਹਤਰਾਮ ਕਰਦੇ ਹਾਂ ਜੀ। ਬਿਲਕੁਲ ਜੀ, ਬਿਲਕੁਲ। ਔਰ ਇਹਦੇ ਨਾਲ ਹੀ ਨਾਲ ਚੰਗੇਰ ਪ੍ਰੋਗਰਾਮ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਤੁਹਾਡੇ ਜਿਹੜੇ ਸਾਡੇ ਦਰਸ਼ਕ ਸਾਡੇ ਪ੍ਰੋਗਰਾਮ 'ਚ ਜੁੜੇ ਹੋਏ ਨੇ, ਅਗਰ ਤੁਹਾਡੇ ਮਨ 'ਚ ਵੀ ਕੋਈ ਸਵਾਲ ਹੈ ਤੁਸੀਂ ਸਾਨੂੰ ਪੁੱਛ ਸਕਦੇ ਹੋ। ਫਿਲਹਾਲ ਅੱਜ ਦੇ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।